ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਨਾਲ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਦੇ ਹਾਂ। ਅਤੇ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਦਾ ਪਤਾ ਕਰ ਸਕਦੇ ਹੋ। ਪਤਾ ਕਰਨ ਦੇ ਲਈ ਨੰਬਰ ਹੈਗਾ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ ਨਾਲ ਹੀ GN ਟਾਇਰ ਅਤੇ ਨਿਊ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ ਦਾ ਕੰਮ ਕਰਵਾ ਸਕਦੇ ਹੋ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਉਹਨਾਂ ਨੂੰ 209-277 1013 209-277-1013 ਦੇ ਉੱਤੇ। ਅਤੇ ਆਓ ਮਿੰਟੂ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ, ਖਬਰਾਂ ਦੇ ਉੱਤੇ ਨਜ਼ਰਾਂ ਬਣਾਉਂਦੇ ਹਾਂ। ਅਤੇ ਕਹਿੰਦੇ ਪਹਿਲੀ ਖਬਰ ਇਹ ਆ ਵੀ ਉੱਠਣ ਲੱਗੇ ਨੇ ਹੁਣ ਸਵਾਲ ਵੀ ਕੇਂਦਰ ਨੇ ਦਲਾਈ ਲਾਮਾ ਤੋਂ ਦੂਰੀ ਬਣਾਉਣੀ ਕਿਉਂ ਸ਼ੁਰੂ ਕੀਤੀ ਆ। ਦੇਖੋ, ਤੁਹਾਨੂੰ ਪਤਾ ਹੀ ਆ ਕਿ ਦਲਾਈ ਲਾਮਾ ਬਹੁਤ ਲੰਮੇ ਸਮੇਂ ਤੋਂ ਇੰਡੀਆ 'ਚ ਰਹਿ ਰਿਹਾ। ਇਹ ਤਿੱਬਤੀ ਲੋਕਾਂ ਦਾ ਗੁਰੂ ਹੈ, ਅਧਿਆਤਮਿਕ ਗੁਰੂ ਹੈ, ਔਰ ਇੱਥੋਂ ਹੀ ਇਹਨਾਂ ਦੀ ਤਿੱਬਤੀਆਂ ਦੀ ਗੌਰਮੈਂਟ ਚੱਲਦੀ ਹੈ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ ਇਸ ਚੀਜ਼ ਦਾ, ਜਿਹਨੂੰ ਆਪਾਂ ਐਗਜ਼ਾਈਲ ਗੌਰਮੈਂਟ ਕਹਿ ਦਿੰਦੇ ਹਾਂ, ਉਹ ਇੱਥੋਂ ਹੀ ਚੱਲਦੀ ਹੈ। ਜਿੱਦਾਂ ਅਮਰੀਕਾ ਨੇ ਵੀ ਇੱਕ ਵਾਰੀ ਇਹੋ ਜਿਹਾ ਫਾਰਮੂਲਾ ਸੀਰੀਆ ਤੇ ਲਾਗੂ ਕੀਤਾ ਸੀਗਾ, ਤੁਰਕੀ ਚੋਂ ਐਗਜ਼ਾਈਲ ਗੌਰਮੈਂਟ ਚਲਾਉਣ ਦਾ ਯਤਨ ਕੀਤਾ ਸੀ, ਪਰ ਫੇਲ ਹੋ ਗਿਆ ਸੀ ਫਾਰਮੂਲਾ। ਸੋ ਇਹ ਐਗਜ਼ਾਈਲ ਗੌਰਮੈਂਟ ਇੱਥੇ ਚੱਲਦੀ ਹੈ, ਔਰ ਬੜੀ ਕੌੜ ਰੱਖਦਾ ਚੀਨ ਇਸ ਗੱਲੋਂ, ਕਿਉਂਕਿ ਉਹਦੀ ਨਜ਼ਰ ਦੇ ਵਿੱਚ ਦਲਾਈ ਲਾਮਾ ਇੱਕ ਅੱਤਵਾਦੀ ਹੈ, ਵੱਖਵਾਦੀ ਹੈ, ਪਾਠਕ ਪਾਉਣ ਵਾਲਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾਲੋਂ ਨਾਲ ਚੱਲਦੀਆਂ ਸੀ। ਹੁਣ ਤੱਕ ਭਾਰਤ ਨੇ ਕਦੇ ਵੀ ਇਸ ਤਰ੍ਹਾਂ ਦੀ ਕੂਟਨੀਤੀ ਨਹੀਂ ਅਖਤਿਆਰ ਕੀਤੀ ਕਿ ਚੀਨ ਦੇ ਸਾਹਮਣੇ, ਚੀਨ ਦੇ ਵਿਰੋਧ ਕਰਕੇ ਜਾਂ ਹੋਰ ਨਫੇ ਨੁਕਸਾਨ ਕਰਕੇ ਕਦੇ ਥੋੜਾ ਜਿਹਾ ਪਿੱਛੇ ਹਟਿਆ ਹੋਵੇ। ਤਿੱਬਤੀਆਂ ਨੂੰ ਇਹ ਖਾਸ ਤੌਰ ਤੇ ਪ੍ਰਾਇਓਰਟੀ ਦਿੰਦੇ। ਤੁਹਾਨੂੰ ਯਾਦ ਹੋਣਾ ਰੋਹਿੰਗਿਆ ਦੇ ਮਸਲੇ ਤੇ ਵੀ ਇਹੀ ਸਵਾਲ ਉੱਠੇ ਸਨ ਕਿ ਜੇ ਰੋਹਿੰਗਿਆ ਸ਼ਰਨਾਰਥੀ ਜੋ ਤੁਸੀਂ ਵਾਪਸ ਘੱਲਣੇ ਆ ਤਾਂ ਤਿੱਬਤੀ ਲੋਕ ਜਿਹੜੇ ਇੱਥੇ ਰਹਿੰਦੇ ਪਏ ਆ ਉਹਨਾਂ ਨੂੰ ਤੁਸੀਂ ਕਿਉਂ ਪਹਿਲ ਦਿੰਦੇ ਹੋ। ਤਾਂ ਉਹਦਾ ਜਵਾਬ ਦਿੱਤਾ ਸੀਗਾ ਕੁਛ ਬੁੱਧੀਜੀਵੀਆਂ ਨੇ ਕਿ ਤਿੱਬਤੀ ਨੇ ਜਿਹੜੇ ਉਹ ਇੱਕ ਤਰ੍ਹਾਂ ਨਾਲ ਸਾਡਾ ਚੀਨ ਦੇ ਵਿਰੋਧ ਦਾ ਇੱਕ ਸੰਕੇਤ ਨੇ, ਅਸੀਂ ਉਹਨਾਂ ਨੂੰ ਇੱਕ ਸਿੰਬੋਲਿਕ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ। ਸਾਡਾ ਸੰਕੇਤਕ ਵਿਰੋਧ ਹੈ ਚੀਨ ਦੇ ਖਿਲਾਫ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਤਾਂ ਹੁਣ ਚੀਜ਼ਾਂ ਜਲਦੀ ਬਦਲਦੀਆਂ ਪਈਆਂ ਨੇ। ਇਹਨਾਂ ਨੇ 60 ਸਾਲ ਇੰਡੀਆ 'ਚ ਪੂਰੇ ਕਰਨ ਲਈ ਇੱਕ ਰੱਖਿਆ ਸੀਗਾ ਪ੍ਰੋਗਰਾਮ, ਔਰ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਸੀਗਾ ਕਿ ਥੈਂਕਸ ਇੰਡੀਆ, ਸ਼ਾਇਦ ਉਹਦਾ ਨਾਮ ਸੀਗਾ। 60 ਸਾਲ ਪੂਰੇ ਹੋਣੇ ਇਹਨਾਂ ਦੇ ਮਾਰਚ ਅਪ੍ਰੈਲ ਦੇ ਵਿੱਚ। ਤਾਂ ਇਹ ਕਾਫੀ ਵੱਡਾ ਇੱਕ ਸਿਲਸਿਲਾ ਰੱਖਣਾ ਸੀਗਾ ਇਹਨਾਂ ਨੇ ਪ੍ਰੋਗਰਾਮਾਂ ਦਾ ਵੱਖੋ ਵੱਖਰੇ ਸਟੇਟਾਂ ਦੇ ਵਿੱਚ, ਜਿਹਦੇ 'ਚ ਕੇਂਦਰ ਦੇ ਮੰਤਰੀ ਵਗੈਰਾ ਹੋਰ ਬੰਦੇ ਆਉਣੇ ਸੀਗੇ। ਪਰ ਹੋਇਆ ਕੀ ਆ ਕਿ ਅਚਾਨਕ ਜਿਹੜਾ ਫੋਰਨ ਸੈਕਟਰੀ ਆ ਵਿਜੇ ਗੋਖਲੇ, ਉਹਨੇ ਇੱਕ ਚਿੱਠੀ ਕੱਢ ਦਿੱਤੀ ਕੈਬਨਿਟ ਸਕੱਤਰ PK ਸਿਨਹਾ ਨੇ ਅੱਗੇ ਸਾਰਿਆਂ ਨੂੰ ਹਦਾਇਤ ਜਾਰੀ ਕਰ ਦਿੱਤੀ। ਔਰ ਇਸ ਚਿੱਠੀ ਦਾ ਜਿਹੜਾ ਅੰਸ਼ ਹੈ ਉਹ ਬਹੁਤ ਚਰਚਾ ਦਾ ਵਿਸ਼ਾ ਹੈ। ਤਾਂ ਉਹਦੇ 'ਚ ਲਿਖਿਆ ਕੀ ਗਿਆ ਕਿ ਚੀਨ ਦੇ ਭਾਰਤ ਨਾਲ ਸੰਬੰਧ ਇਹਨਾਂ ਦਿਨਾਂ ਵਿੱਚ ਬਹੁਤ ਸੰਵੇਦਨਸ਼ੀਲ ਅਤੇ ਨਾਜ਼ੁਕ ਦੌਰ 'ਚ ਗੁਜ਼ਰ ਰਹੇ ਆ। ਇਹੋ ਜਿਹੇ ਦੌਰ ਦੇ ਵਿੱਚ ਦਲਾਈ ਲਾਮਾ ਦੇ ਪ੍ਰੋਗਰਾਮਾਂ 'ਚ ਕੇਂਦਰ ਜਾਂ ਰਾਜ ਦੇ ਕਿਸੇ ਅਧਿਕਾਰੀ ਜਾਂ ਨੇਤਾ ਮੰਤਰੀ ਦਾ ਸ਼ਾਮਲ ਹੋਣਾ ਸਹੀ ਨਹੀਂ ਹੋਏਗਾ। ਇਸ ਕਰਕੇ ਇੱਧਰ ਉਤਸ਼ਾਹ ਨਾ ਦਿਖਾਇਆ ਜਾਵੇ। ਸੋ ਇਹ ਜਿਹੜਾ ਅੰਸ਼ ਹੈ ਇਸ ਚਿੱਠੀ ਦਾ ਕੰਟੈਂਟ ਤੇ ਕਾਫੀ ਲੰਮਾ ਚੌੜਾ, ਪਰ ਇਹ ਜਿਹੜਾ ਅੰਸ਼ ਮੈਂ ਤੁਹਾਨੂੰ ਸੁਣਾਇਆ ਵੈਸੇ ਕਿ ਅੰਗਰੇਜ਼ੀ 'ਚ ਆ, ਹਿੰਦੀ 'ਚ ਮੈਂ ਤੁਹਾਨੂੰ ਪੰਜਾਬੀ 'ਚ ਉਲੱਖ ਕੇ ਦੱਸਿਆ। ਤਾਂ ਇਹ ਅੰਸ਼ ਹੈ ਜਿਹੜਾ ਇਹ ਸ਼ਾਇਦ ਆਪਣੇ ਆਪ ਦੇ ਵਿੱਚ ਉਸ ਸਵਾਲ ਦਾ ਜਵਾਬ ਲੁਕਾਈ ਖਲੋਤਾ, ਜਿਹੜਾ ਸਵਾਲ ਤੁਸੀਂ ਸ਼ੁਰੂ 'ਚ ਖੜਾ ਕੀਤਾ ਕਿ ਦਲਾਈ ਲਾਮਾ ਤੋਂ
ਕਿਉਂ ਹੁਣ ਪਿੱਛੇ ਹਟਦੇ ਪਏ? ਇਹਦਾ ਕਾਰਨ ਇਹੋ ਹੀ ਆ ਕਿ ਚੀਨ ਦੇ ਮਾਮਲੇ 'ਚ, ਕਿਉਂਕਿ ਹੁਣੇ ਨਰਿੰਦਰ ਮੋਦੀ ਗਿਆ ਅਰੁਣਾਚਲ ਦੇ ਵਿੱਚ, ਉੱਥੇ ਵੀ ਉਹਨਾਂ ਨੇ ਵਿਰੋਧ ਕੀਤਾ। ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਅੰਸ਼ ਇਹਨਾਂ ਨੇ ਸਾਹਮਣੇ ਲਿਆਂਦਾ, ਉਹ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਦਾ ਧੁਰਕੂ ਹੈ ਜਿਹੜਾ ਉਹਦਾ ਪ੍ਰਗਟਾਵਾ ਕਰਦਾ ਕਿ ਹੋ ਸਕਦਾ ਚੀਨ ਦੇ ਨਾਲ ਇਹ ਹੋਰ ਪੰਗੇਬਾਜ਼ੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਗਾਂ ਇਲੈਕਸ਼ਨ ਹੈ ਤਾਂ ਇਹ ਹੋਰ ਵਿਗਾੜ ਨਹੀਂ ਪਾਉਣਾ ਚਾਹੁੰਦੇ। ਕਿਉਂਕਿ ਡੋਕਲਾਮ ਦੇ ਮਾਮਲੇ 'ਚ ਜਿੱਦਾਂ ਇਹ ਬੈਕਫੁੱਟ ਤੇ ਗਏ ਆ, ਜਿੱਦਾਂ ਇਹਨਾਂ ਦੀ ਸਥਿਤੀ ਹਾਸੋ ਹੋਈ ਆ, ਕਿ ਹੋਰ ਨਾ ਸਾਡੀ ਕੋਈ ਪੰਗੇਬਾਜ਼ੀ ਵਧੇ। ਸੋ ਇਹ ਜਿਹੜੀ ਚੀਜ਼ ਹੈ, ਇਹਨੂੰ ਲੈ ਕੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਿਆ ਕਿ ਕੀ ਇਹ ਸਹੀ ਪੈਂਤੜੇਬਾਜ਼ੀ ਹੈ ਜਾਂ ਭਾਰਤ ਕੋਈ ਹੋਰ ਪੈਂਤੜੇਬਾਜ਼ੀ ਮੱਲਣ ਕਰਕੇ ਇਹ ਪੈਂਤੜਾ ਚੱਲਦਾ ਪਿਆ। ਪਰ ਬਹੁਤੇ ਲੋਕ ਇਹਦੇ ਤੇ ਸਵਾਲ ਖੜੇ ਕਰਦੇ ਪਏ ਕਿ ਇਹ ਕੂਟਨੀਤੀ ਸਹੀ ਨਹੀਂ, ਕਿਉਂਕਿ ਇਹਦੇ ਨਾਲ ਚੀਨ ਜਿਹੜਾ ਕਿ ਪਹਿਲਾਂ ਹੀ ਡੋਮੀਨੇਟ ਕਰਦਾ, ਤਾਂ ਉਹ ਚੀਨ ਹੈ ਜਿਹੜਾ ਉਹ ਹੋਰ ਵੀ ਭਾਰਤ ਦੇ ਉੱਤੇ ਚੜੇਗਾ। ਇਸ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਦੀ ਕੂਟਨੀਤੀ ਹੈ ਜਿਹੜੀ ਉਹ ਨਹੀਂ ਸੀ ਅਖਤਿਆਰ ਕਰਨੀ ਚਾਹੀਦੀ। ਪਰ ਲੱਗਦਾ ਹੈ ਕਿ ਉਹ ਜਿਹੜਾ ਅੰਸ਼ ਚਿੱਠੀ ਹੈ, ਮੈਂ ਤੁਹਾਨੂੰ ਦੱਸਿਆ ਕਿ ਸਾਰਾ ਦਰਦ ਔਰ ਸਾਰੀ ਕਹਾਣੀ ਉਹਦੇ ਵਿੱਚ ਸਮੋਈ ਬੈਠਾ ਆਪਣੇ ਆਪ 'ਚ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਕਹਿੰਦੇ ਭਗੌੜੇ ਜਤਿਨ ਮਹਿਤਾ ਤੇ ਮੋਦੀ ਦੇ ਵਿਚਾਲੇ ਕਿਸੇ ਖਾਸ ਸਾਂਝ ਦਾ ਕਾਂਗਰਸ ਨੇ ਸ਼ੱਕ ਪ੍ਰਗਟਾਇਆ। ਦੇਖੋ, ਇਹ ਜਿਹੜਾ ਜਤਿਨ ਮਹਿਤਾ ਹੈ ਨਾ, ਇਹ ਵੀ 6712 ਕਰੋੜ ਰੁਪਈਆ ਲੈ ਕੇ ਭੱਜ ਗਿਆ। 6712 ਕਰੋੜ ਰੁਪਈਆ। ਔਰ ਇਹ ਭਾਰਤ ਛੱਡੋ ਅੰਦੋਲਨ ਦੇ ਜਿਹੜੇ ਮੋਹਰੀ ਬੰਦੇ ਸੀਗੇ ਨਾ, ਜਿਹੜੇ ਪਹਿਲਾਂ ਪਹਿਲ ਨਿਕਲੇ, ਉਹਨਾਂ ਦੇ ਵਿੱਚੋਂ ਇੱਕ ਸੀਗਾ ਜੀ। ਜਿੱਦਾਂ ਪਹਿਲੇ ਨੰਬਰ ਤੇ ਲਲਿਤ ਮੋਦੀ, ਫਿਰ ਵਿਜੇ ਵਾਲੀਆ। ਇਹ ਜਤਿਨ ਮਹਿਤਾ ਇਹਨਾਂ ਦੀ ਕਲਾਸ ਦਾ ਹੀ ਬੰਦਾ ਸੀਗਾ, ਥੋੜਾ ਜਿਹਾ ਲੇਟ ਗਿਆ, ਵੈਸੇ ਨਿਕਲ ਗਿਆ ਸੀਗਾ ਜੀ। ਸੋ ਜਤਿਨ ਮਹਿਤਾ ਤੇ ਹੁਣ ਬਹੁਤ ਸਾਰੀਆਂ ਕਹਾਣੀਆਂ ਕਿ ਸਿਰ ਧੁੱਕਦੇ ਪਏ ਆ। ਉਹ ਇਸ ਕਰਕੇ ਆ ਕਿਉਂਕਿ ਜਿਹੜਾ ਜਤਿਨ ਮਹਿਤਾ, ਇਹਦੇ ਮੁੰਡੇ ਦੀ ਸ਼ਾਦੀ ਹੈ ਜਿਹੜੀ, ਉਹ ਗੌਤਮ ਅਡਾਨੀ ਦੇ ਵੱਡੇ ਭਰਾ ਦੀ ਬੇਟੀ ਨਾਲ ਹੋਈ ਆ। ਹੁਣ ਕਾਂਗਰਸ ਸਿੱਧੇ ਤੌਰ ਤੇ ਤਾਰਾਂ ਜੋੜਦੀ ਹੈ ਕਿ ਦੇਖੋ, ਗੌਤਮ ਅਡਾਨੀ ਦੇ ਨਾਲ ਮੋਦੀ ਸਾਹਿਬ ਦੀ ਦੋਸਤੀ ਬੜੀ ਗੂੜੀ ਆ, ਕਿਉਂਕਿ ਔਖੇ ਵੇਲਿਆਂ ਦੇ ਇੱਕ ਦੂਜੇ ਦੇ ਯਾਰ ਆ। ਤਾਂ ਇਹ ਜਿਹੜਾ ਜਤਿਨ ਮਹਿਤਾ ਇੱਥੋਂ 6712 ਕਰੋੜ ਰੁਪਈਆ ਲੈ ਕੇ ਭੱਜਿਆ, ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀ ਜਿਹੜੀ ਨੇੜਤਾ ਸੀ ਅਡਾਨੀ ਪਰਿਵਾਰ ਦੇ ਨਾਲ, ਉਸ ਨੇੜਤਾ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਜਿਹੜਾ ਕਾਂਗਰਸੀ ਤਰਜਮਾਨ ਹੈ ਰਣਦੀਪ ਸੂਰਜੇਵਾਲਾ, ਉਹਨੇ ਸਿੱਧੇ ਤੌਰ ਤੇ ਕਿਹਾ ਕਿ ਇਹ ਜਤਿਨ ਮਹਿਤਾ ਕੌਣ ਹੈ। ਫਿਰ ਉਹਨੇ ਉਹ ਕੁੰਡਲੀ ਫਰੋਲੀ ਆ, ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਰੱਖ ਦਿੱਤੀਆਂ। ਯਾਨੀ ਸਿੱਧੇ ਤੌਰ ਤੇ ਕਾਂਗਰਸ ਜਿਹੜੀ ਹੈ ਹੌਲੇ ਹੌਲੇ ਆਹਿਸਤੇ ਆਹਿਸਤੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਨਰਿੰਦਰ ਮੋਦੀ ਦੇ ਨਾਲ ਜੋੜ ਰਹੀ ਹੈ। ਤੁਹਾਨੂੰ ਯਾਦ ਹੋਣਾ, ਪਹਿਲਾਂ ਜਦੋਂ PNB ਦਾ ਘੁਟਾਲਾ ਹੋਇਆ ਤਾਂ ਨੀਰਵ ਮੋਦੀ ਨੂੰ ਨੀਰਵ ਮੋਦੀ ਕਹਿਣ ਦੀ ਥਾਂ ਤੇ ਕਾਂਗਰਸ ਨੇ ਛੋਟਾ ਮੋਦੀ ਕਿਹਾ ਸੀਗਾ। ਛੋਟਾ ਮੋਦੀ ਆਪਣੇ ਆਪ ਦੇ ਵਿੱਚ ਇੱਕ ਤੰਜ ਹੈ, ਆਪਣੇ ਆਪ ਦੇ ਵਿੱਚ ਇੱਕ ਰਮਜ਼ ਹੈ। ਸੋ ਛੋਟਾ ਮੋਦੀ ਕਹਿ ਕੇ ਇਹਨਾਂ ਨੇ ਪ੍ਰਚਾਰਿਆ ਸੀਗਾ। ਸੋ ਇਸ ਮਾਮਲੇ ਦੇ ਵਿੱਚ ਵੀ ਜਿਸ ਤਰੀਕੇ ਨਾਲ ਕਾਂਗਰਸ ਨਰਿੰਦਰ ਮੋਦੀ ਤੇ ਸਵਾਲ ਖੜੇ ਕਰਦੀ ਪਈ ਹੈ, ਤਾਂ ਲੱਗਦਾ ਇਹੀ ਹੈ ਕਿ ਨਰਿੰਦਰ ਮੋਦੀ ਇਸ ਮਾਮਲੇ ਦੇ ਵਿੱਚ ਥੋੜਾ ਬਹੁਤ ਆਪਣੇ ਆਪ ਨੂੰ ਘਿਰਿਆ ਜ਼ਰੂਰ ਮਹਿਸੂਸ ਕਰਨਗੇ, ਕਿਉਂਕਿ ਉਹ ਇਸ ਚੀਜ਼ ਤੋਂ ਤੇ ਕਦੇ ਮੁਨਕਰ ਹੋ ਹੀ ਨਹੀਂ ਸਕਦੇ ਕਿ ਉਹਨਾਂ ਦੀ ਗੌਤਮ ਅਡਾਨੀ ਦੇ ਨਾਲ ਨੇੜਤਾ ਨਹੀਂ। ਕੋਈ ਵੀ ਬੰਦਾ ਇਸ ਚੀਜ਼ ਨੂੰ ਝੁਠਲਾ ਨਹੀਂ ਸਕਦਾ ਕਿ ਜਤਿਨ ਮਹਿਤਾ ਦੀ ਅਡਾਨੀ ਦੇ ਨਾਲ ਬਹੁਤ ਗੂੜੀ ਰਿਸ਼ਤੇਦਾਰੀ ਹੈ। ਸੋ ਸਾਰੇ ਤੱਥ ਆਪੋ ਆਪਣੀ ਜਗ੍ਹਾ ਤੇ ਠੀਕ ਆ। ਪਰ ਦੇਖੋ, ਜੋ ਮਰਜ਼ੀ ਆ, ਇਹ ਇਸ ਸਮੇਂ ਬੈਂਕਾਂ ਦੇ ਵਿੱਚ ਜੋ ਚੱਲਦਾ ਪਿਆ, ਸਾਡੇ ਦੇ ਇੱਥੇ ਜੇ ਕੋਈ ਮੂੰਗਫਲੀ ਵੇਚ ਕੇ ਵੀ ਥੋੜੇ ਜਿਹੇ ਪੈਸੇ ਜੋੜਦਾ ਤੇ ਮੋਦੀ ਸਾਹਿਬ ਨੋਟਬੰਦੀ ਕਰਾ ਕੇ ਹਿਸਾਬ ਮੰਗ ਲੈਂਦੇ ਕਿ ਲਿਆਓ ਤੁਹਾਡੇ ਕੋਲ ਪੈਸਾ ਕਿੱਥੇ ਆਇਆ। ਤੇ ਸਵਾਲ ਖੜੇ ਹੁੰਦੇ ਆ ਕਿ ਇਹ ਲੋਕ ਇੰਨੇ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਭੱਜਦੇ ਪਏ, ਬੈਂਕਾਂ ਨੂੰ ਪਤਾ ਕਿਉਂ ਨਹੀਂ ਲੱਗਦਾ। ਸੋ ਹੁਣ ਕਾਂਗਰਸ ਇਹ ਗੱਲ ਕਹਿੰਦੀ ਆ ਕਿ ਇਹ ਬੰਦੇ ਸਾਰੇ ਇਹਨਾਂ ਦੇ ਨੇੜੂ ਆ, ਇਹ ਉਲਟਾ ਕਹਿੰਦੇ ਆ ਕਿ 70 ਸਾਲਾਂ ਦੇ ਵਿੱਚ ਲੁੱਟ ਕੇ ਖਾ ਗਏ ਦੇਸ਼ ਨੂੰ, ਅਸੀਂ ਇਹਨਾਂ ਤੋਂ ਬਚਾ ਰਹੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਆਪੋ ਵਿੱਚ ਕਰੀ ਜਾ ਰਹੇ ਆ, ਉਹ ਉਹਨਾਂ ਨੂੰ ਨਿੰਦੀ ਜਾ ਰਹੇ ਆ, ਉਹ ਉਹਨਾਂ ਨੂੰ ਨਿੰਦੀ ਜਾ ਰਹੇ ਆ। ਪਰ ਉਹ ਜਿਵੇਂ ਕਿਸੇ ਨੇ ਆਖਿਆ ਸੀਗਾ ਨਾ ਕਿ ਜੋ ਵੀ ਲੜੇ ਖੱਪਰਾਂ ਦਾ ਨੁਕਸਾਨ, ਇਹ ਆਪੋ ਵਿੱਚ ਵੀ ਲੜੀ ਜਾਂਦੇ ਆ। ਔਰ ਸ਼ਾਇਦ ਇਸ ਕਰਕੇ ਲੜੀ ਜਾਂਦੇ ਆ ਕਿਉਂਕਿ ਦੋਵਾਂ ਨੇ ਆਪੋ ਆਪਣੇ ਰੋਲ ਅਦਾ ਕਰਨੇ। ਹੋ ਸਕਦਾ ਅੱਜ ਜਿਹੜਾ ਰੋਲ ਕਾਂਗਰਸੀ ਪਲੇ ਕਰਦੇ, ਕੱਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਪਲੇ ਕਰਨਾ ਪੈ ਜਾਵੇ। ਸੋ ਇਸ ਕਰਕੇ ਤੇ ਆਪੋ ਆਪਣੀ ਭੂਮਿਕਾ ਅਦਾ ਕਰੀ ਜਾਂਦੇ, ਪਰ ਜਿਹੜਾ ਨੁਕਸਾਨ ਹੋਈ ਜਾਂਦਾ
ਉਹਦੇ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਹੈ, ਕੋਈ ਕੁਛ ਨਹੀਂ ਕੀਤਾ ਜਾ ਰਿਹਾ। ਬਹੁਤ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਮਾਮਲੇ ਨਿਕਲ ਕੇ ਆ ਰਹੇ ਆ। ਹਾਲਾਂਕਿ ਪੁੱਛਗਿੱਛ ਹੋ ਰਹੀ ਆ, ਪ੍ਰਾਪਰਟੀਆਂ ਜ਼ਬਤ ਹੋ ਰਹੀਆਂ, ਕਾਨੂੰਨ ਲਿਆਉਣ ਦੀ ਗੱਲ ਕੀਤੀ ਜਾ ਰਹੀ, ਉਹ ਸਾਰਾ ਕੁਛ ਆਪਣੀ ਥਾਂ ਤੇ ਆ। ਪਰ ਜਿੰਨਾ ਨੁਕਸਾਨ ਹੋਇਆ, ਇੱਕ ਤੇ ਉਹਦਾ ਸਹੀ ਫਿਗਰ ਨਹੀਂ ਦੇਣ ਦਾ ਕਿ ਕੁੱਲ ਕਿੰਨੀ ਫਰਾਡਬਾਜ਼ੀ ਹੋਈ ਆ ਬੈਂਕਾਂ 'ਚ, ਇਸ ਤਰ੍ਹਾਂ ਲੋਕਾਂ ਨੇ ਪ੍ਰਾਪਰਟੀਆਂ ਰੱਖ ਕੇ ਜਾਂ ਫਰਜ਼ੀ ਦਸਤਾਵੇਜ਼ ਲਾ ਕੇ ਕਿੰਨੀ ਰਕਮ ਲੈ ਲਈ ਆ, ਕਿੰਨੇ ਲੋਕ ਬਾਹਰ ਭੱਜ ਗਏ ਆ। ਔਰ ਜਿੱਥੋਂ ਤੱਕ ਆ ਜਤਨ ਮਹਿਤਾ ਦੀ ਗੱਲ ਕਰਦੇ ਆ ਨਾ, ਜਤਨ ਮਹਿਤਾ ਤੇ ਏਡਾ ਚਲਾਕ ਵਗਿਆ, ਇਹ ਐਸੀ ਜਗ੍ਹਾ ਤੇ ਜਾ ਕੇ ਬੈਠਾ ਜਿੱਥੋਂ ਮੋਦੀ ਹੋਰੀ ਚਾਹ ਕੇ ਵੀ ਨਹੀਂ ਇਹਨੂੰ ਲਿਆ ਸਕਦੇ, ਕਿਉਂਕਿ ਇਹ ਸੈਂਟ ਕਿਟਸ ਦੇ ਵਿੱਚ ਬੈਠਾ। ਸੈਂਟ ਕਿਟਸ ਜਿਵੇਂ ਵੈਸਟ ਇੰਡੀਜ਼ ਦੀ ਟੀਮ ਖੇਡਦੀ ਹੈ, ਛੋਟੇ ਦੇਸ਼ ਹੈ ਜਿਹੜੇ, ਸੈਂਟ ਕਿਟਸ ਦੇ ਵਿੱਚ ਉੱਥੇ ਕੋਈ ਹਵਾਲਗੀ ਸੰਧੀ ਹੈ ਨਹੀਂ ਭਾਰਤ ਦੇ ਨਾਲ। ਸੋ ਹੁਣ ਇਹਨਾਂ ਨੇ ਦੇਸ਼ ਵੀ ਐਸੇ ਲੱਭਣੇ ਸ਼ੁਰੂ ਕਰ ਦਿੱਤੇ, ਟਾਪੂ ਵੀ ਐਸੇ ਲੱਭਣੇ ਸ਼ੁਰੂ ਕਰ ਦਿੱਤੇ ਆ ਜਿੱਥੋਂ ਇਹਨਾਂ ਦਾ ਟਾਪ ਨਾ ਲੱਗ ਸਕੇ। ਸੋ ਇਹ ਇੱਕ ਦੋਹਰੀ ਮੁਸ਼ਕਲ ਆ, ਕਿਉਂਕਿ ਉਧਰ ਤੁਹਾਨੂੰ ਪਤਾ ਹੀ ਅਮਰੀਕਾ ਦੇ ਵਿੱਚ ਨੀਰਵ ਮੋਦੀ ਨੂੰ ਵੀ ਮੇਰੇ ਖਿਆਲ ਦੇ ਨਾਲ ਸਟੇ ਮਿਲ ਗਿਆ ਵਸੂਲੀ ਦਾ, ਕਿਉਂਕਿ ਉਹਨੇ ਅਰਜ਼ੀ ਲਾਈ ਸੀ ਨਿਊਯਾਰਕ ਕੋਰਟ ਦੇ ਵਿੱਚ ਕਿ ਮੈਨੂੰ ਦੀਵਾਲੀਆ ਲਾਉਣ ਦਿਓ ਜੀ, ਮੇਰਾ ਪੱਲੇ ਕੱਖ ਨਹੀਂ ਰਿਹਾ। ਸੋ ਉਹ ਕੋਰਟ ਨੇ ਸਟੇ ਕਰ ਦਿੱਤੀ ਹੈ ਉਹਦੀ ਵਸੂਲੀ। ਇਹ ਸਾਰਾ ਕੁਛ ਮਿਲ ਕੇ ਜਾਂਦੇ, ਲਿਖ ਕੇ ਜਾਂਦੇ, ਔਰ ਇਹਨਾਂ ਚੀਜ਼ਾਂ ਦਾ ਇਸ ਗੌਰਮੈਂਟ ਨੂੰ ਖਿਆਲ ਰੱਖਣਾ ਚਾਹੀਦਾ ਸੀਗਾ। ਪਰ ਨਰਿੰਦਰ ਮੋਦੀ ਜਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਮਾਮਲਿਆਂ ਤੋਂ ਭੱਜਦਾ, ਸਾਰੇ ਮਾਮਲਿਆਂ ਤੋਂ ਜਾਨ ਜੀ ਛੁਡਾਉਂਦਾ, ਉਤੋਂ ਇਹ ਸਵਾਲ ਜਿਹੜੇ ਆ ਉਹ ਪਾਸੇ ਨਹੀਂ ਹੋਣਗੇ, ਸਗੋਂ ਜ਼ਿਆਦਾ ਰਾਹ ਰੋਕਣਗੇ। ਕਿਉਂਕਿ ਨਰਿੰਦਰ ਮੋਦੀ ਸਾਹਿਬ ਜਿਹੜੇ ਆ ਉਹ ਬਹੁਤੇ ਘਰਾਣਿਆਂ ਦੇ, ਉਹਨਾਂ ਘਰਾਣਿਆਂ ਦੇ ਨੇੜੂ ਹੈ ਜਿਨ੍ਹਾਂ ਘਰਾਣਿਆਂ ਨੇ ਲੁੱਟ ਖਸੁੱਟ ਜ਼ਿਆਦਾ ਕੀਤੀ ਇਹਨਾਂ ਬੈਂਕਾਂ ਦੀ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਡਿਪਟੀ ਕਮਿਸ਼ਨਰ ਵੱਲੋਂ ਪਾਤੜਾਂ ਦੇ ਤਹਿਸੀਲਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਦੇਖੋ, ਪਾਤੜਾਂ ਦੇ ਵਿੱਚ ਵੀ ਇੱਕ ਨਾ ਚੋਣ ਹੋਈ ਸੀਗੀ ਉੱਥੇ, ਜਿਹਨੂੰ ਆਪਾਂ ਬਾਈ ਇਲੈਕਸ਼ਨ ਕਹਿੰਦੇ ਆ ਜੀ। ਤਾਂ ਕੁਝ ਟੁੱਟਵੇਂ ਥਾਵਾਂ ਤੇ ਇਸ ਤਰ੍ਹਾਂ ਦੀ ਚੋਣ ਹੋਈ ਸੀਗੀ, ਜਿਸ ਦਿਨ ਨਗਰ ਨਿਗਮ ਦੀ ਚੋਣ ਹੋਈ ਹੈ ਲੁਧਿਆਣੇ ਜੀ। ਤਾਂ ਉਹ ਕਾਰਪੋਰੇਸ਼ਨ ਦੀ ਚੋਣ ਦੇ ਨਾਲ ਜਿੱਥੇ ਜਿੱਥੇ ਵੀ, ਜਿੱਦਾਂ ਸਾਡੇ ਮਲੋਟ ਦੇ ਵਿੱਚ ਵੀ ਇੱਕ ਕਾਉਂਸਲਰ ਚੱਲ ਵਸਿਆ ਸੀਗਾ, ਤਾਂ ਉਸ ਵਾਰਡ ਦੀ ਚੋਣ ਕਰਵਾਈ ਗਈ ਹੈ। ਏਦਾਂ ਪਾਤੜਾਂ ਦੇ ਵਿੱਚ ਵੀ ਇੱਕ ਵਾਰਡ ਦੀ ਚੋਣ ਕਰਵਾਈ ਗਈ ਸੀਗੀ। ਤਾਂ ਉੱਥੇ ਹੋਇਆ ਕੀ ਸੀ ਕਿ ਇੱਕ ਵੀਡੀਓ ਵਾਇਰਲ ਹੋਈ ਸੀਗੀ। ਉਸ ਵੀਡੀਓ ਦੇ ਵਿੱਚ ਬਹੁਤ ਨਜ਼ਾਰਾ ਦਿਲਚਸਪ ਦੇਖਣ ਨੂੰ ਮਿਲਦਾ ਕਿ ਬੂਥ ਕੈਪਚਰਿੰਗ ਹੁੰਦੀ ਹੈ, ਬਹੁਤ ਵੇਲੇ ਨਾਲ ਹੀ ਬੂਥ ਕੈਪਚਰਿੰਗ ਹੋ ਜਾਂਦੀ ਹੈ। ਉਹ ਸਾਰਾ ਕੁਛ ਏਦਾਂ ਚੱਲਦਾ ਪਿਆ ਕਿ ਬੰਦਾ ਵੇਖ ਕੇ ਆਪ ਹੀ ਸਮਝ ਸਕਦਾ ਕਿ ਜਿਹੜੇ ਉੱਥੇ ਵੋਟਾਂ ਪਾਉਣ ਆਏ ਹੋਣੇ ਆ ਤੇ ਉਹਨਾਂ ਨੂੰ ਤੇ ਇਹਨਾਂ ਨੇ ਸ਼ਾਇਦ ਤਾਸ਼ ਦੀਆਂ ਉਹ ਗੱਡੀਆਂ ਵੀ ਦੇਤੀਆਂ ਹੋਣੀਆਂ ਕਿ ਤੁਸੀਂ ਤਾਸ਼ ਖੇਡੋ, ਅਸੀਂ ਤੁਹਾਡਾ ਕੰਮ ਕਰ ਦਿੰਦੇ ਹਾਂ, ਤੁਸੀਂ ਘਰ ਤੋਂ ਤਖੱਲਫ ਕਰਨਾ। ਸੋ ਉਸ ਤਰ੍ਹਾਂ ਖੁੱਲ੍ਹ ਕੇ ਖੇਡ ਖੇਡੀ ਜਾ ਰਹੀ ਹੈ। ਉਹ ਵੀਡੀਓ ਬੜੇ ਧੜੱਲੇ ਨਾਲ ਵਾਇਰਲ ਹੋ ਗਈ। ਵੈਸੇ ਵੀਡੀਓ ਤਾਂ ਬਹੁਤ ਸਾਰੀਆਂ ਵਾਇਰਲ ਹੋਈਆਂ, ਪਰ ਇਹਦਾ ਨੋਟਿਸ ਇਸ ਕਰਕੇ ਲਿਆ ਕਿਉਂਕਿ ਅਕਾਲੀਆਂ ਨੇ ਡਿਪਟੀ ਕਮਿਸ਼ਨਰ ਹੈ ਜਿਹੜਾ ਪਟਿਆਲੇ ਦਾ, ਉਹਨੂੰ ਮੈਮੋਰੰਡਮ ਦਿੱਤਾ, ਮੰਗ ਪੱਤਰ ਦਿੱਤਾ ਕਿ ਇਸ ਇਲਾਕੇ ਦੀ ਵਾਰਡ ਨੰਬਰ 11 ਦੀ ਜਿਹੜੀ ਹੈ ਚੋਣ ਦੁਬਾਰਾ ਕੀਤੀ ਜਾਵੇ, ਕਿਉਂਕਿ ਇੱਥੇ ਸ਼ਰੇਆਮ ਬੂਥ ਕੈਪਚਰਿੰਗ ਹੋਈ ਹੈ। ਸੋ ਉਹ ਚੀਜ਼ ਦਾ ਨੋਟਿਸ ਲਿਆ ਤਹਿਸੀਲਦਾਰ, ਕਿਉਂਕਿ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰਿਟਰਨਿੰਗ ਅਫਸਰ ਸੀਗਾ, ਤਾਂ ਸਾਰੀ ਜ਼ਿੰਮੇਵਾਰੀ ਉਹਦੀ ਬਣਦੀ ਹੈ। ਹੁਣ ਉਹਦੇ ਤੋਂ ਜਵਾਬ ਤਲਬੀ ਹੋਈ, ਉਹਨੇ ਜਵਾਬ ਦੇਣਾ ਵਾ। ਪਰ ਸਿੱਧੇ ਤੌਰ ਤੇ ਜਵਾਬ ਤੇ ਉੱਥੇ ਸਾਰਿਆਂ ਦਾ ਹੀ ਬਣਦਾ। ਜਿਸ ਤਰੀਕੇ ਨਾਲ ਉੱਥੇ ਪੁਲਿਸ ਲੱਗੀ ਪਈ ਸੀ ਤੇ ਪੁਲਿਸ ਉਲਟਾ ਬਾਹਰ ਖੜੀ ਨਿਗਰਾਨੀ ਰੱਖਦੀ ਸੀ ਕਿ ਕੋਈ ਉੱਤੋਂ ਨਾ ਆ ਜਾਵੇ। ਇੱਥੇ ਤਾਂ ਸਾਰਾ ਕੁਝ ਜਿਹੜਾ ਚੱਲੀ ਜਾਂਦਾ ਸੋ ਚੱਲੀ ਜਾਂਦਾ, ਕੋਈ ਉੱਤੋਂ ਹੋਰ ਨਾ ਆ ਜਾਏ, ਰੰਗ ਚ ਭੰਗ ਪਾਉਣ ਵਾਲਾ ਨਾ ਆ ਜਾਵੇ। ਸੋ ਉਹ ਸਾਰਾ ਕੁਛ ਜਿਹੜਾ ਚੱਲੀ ਗਿਆ, ਤਾਂ ਪੁਲਿਸ ਖੁਦ ਜਵਾਬ ਤਲਬੀ ਦੀ ਹੱਕਦਾਰ ਆ। ਔਰ ਦੇਖੋ ਇਹ ਇੱਕ ਪੰਗਾ ਹੋਰ ਬੜਾ ਜੀ ਬੋਗਿਆ, ਸਾਡੇ ਇੱਥੋਂ ਦੇ ਜਿਹੜੇ ਜਾਂਚਕਰਤਾ ਨੇ ਜਾਂ ਪੜਤਾਲਕਰਤਾ ਨੂੰ ਕੀ ਕਰਦੇ ਆ, ਚਿੱਠੀ ਘੱਲ ਦਿੰਦੇ ਆ ਥੱਲੜੇ ਕੋਲ, ਖਰੜਾ ਥੱਲੜੇ ਕੋਲ ਤੇ ਖਰੜਾ ਥੱਲੜੇ ਕੋਲ। ਇਹ ਚਿੱਠੀ ਭੌਂ ਕੇ ਆ ਗਈ ਹੈ SDM ਕੋਲ, ਜਾਂਚ ਪੜਤਾਲ SDM ਨੇ ਕਰਨੀ ਹੈ। ਹੁਣ SDM ਤੇ ਤਹਿਸੀਲਦਾਰ ਤੇ ਇੱਕੋ ਥਾਂ ਤੇ ਬਹਿੰਦੇ ਆ, ਦੇਖ ਲਓ ਕਿ ਬਰੋਬਰ ਤਕਰੀਬਨ ਥੋੜਾ ਫਰਕ ਹੀ ਹੁੰਦਾ ਹੈ ਨਾ। SDM ਤਹਿਸੀਲਦਾਰ ਉਹ ਵੀ ਮੈਜਿਸਟ੍ਰੇਟ ਆ, ਤਾਂ ਉਹ ਕਮਾਂਡਰ ਦਾ ਮੈਜਿਸਟ੍ਰੇਟ ਆ। ਤਾਂ ਉਸ ਅਧਿਕਾਰੀ ਕੋਲ ਜਾਂਚ ਪੜਤਾਲ ਚਲੀ ਗਈ ਆ, ਜਿਸ ਜਾਂਚ ਪੜਤਾਲ ਦਾ ਕਰਤਾ ਜਿਹੜਾ ਉਹ ਉਸ ਬੰਦੇ ਦੇ ਨਾਲ ਹੀ ਰਹਿੰਦਾ ਜਿਸ ਬੰਦੇ ਨੇ ਇਹ ਸਾਰੀ ਚੋਣ ਨੂੰ ਦੇਖਣਾ ਸੀ। ਯਾਨੀ ਭਾਵੇਂ ਹੈ ਕਿ ਤਹਿਸੀਲਦਾਰ ਤੇ SDM ਤਕਰੀਬਨ ਇਕੱਠੇ ਰਹਿੰਦੇ ਆ ਤਹਿਸੀਲ ਚ। ਸੋ ਇਹ ਜਾਂਚ ਪੜਤਾਲ ਸੀ ਜਿਹੜੀ, ਇਹ ਜਾਂਚ ਪੜਤਾਲ ਮੇਰੇ ਹਿਸਾਬ ਦੇ ਨਾਲ ਤੇ ਡਿਪਟੀ ਕਮਿਸ਼ਨਰ ਨੂੰ ਖੁਦ ਕਰਨੀ ਚਾਹੀਦੀ ਸੀਗੀ। ਪਰ ਫਿਰ ਵੀ ਦੇਖਦੇ ਹੁਣ ਅੱਗੇ ਕੀ ਬਣਦਾ, ਕਿਉਂਕਿ ਬੀਬੀ ਬਲਜਿੰਦਰ ਕੌਰ ਵਾਲੀ ਜਾਂਚ ਪੜਤਾਲ SDM ਨੇ ਕੀਤੀ ਸੀਗੀ, ਤਾਂ ਉਹ ਤੇ
ਸਿਰੇ ਲੱਗਦੀ ਕਿਨਾਰੇ ਲੱਗੀ, ਹੁਣ ਇਹ ਦੱਸਦੇ ਕਿਨਾਰੇ ਲੱਗਦੀ ਹੈ ਜਾਂ ਸਿਰੇ ਨਹੀਂ ਲੱਗਦੀ। ਸੋ ਦੂਜੀ ਚੀਜ਼ ਇਹ ਆ ਕਿ ਵੀਡੀਓ ਵਾਇਰਲ ਹੋਈ, ਉਹਦੇ 'ਚ ਹੁਣ ਕੋਈ ਦੋ ਰਾਏ ਤੇ ਹੈ ਨਹੀਂ ਜੀ, ਉਹਦੇ 'ਚ ਕੋਈ ਹੁਣ ਲੁਕਣ ਲੁਕਾਉਣ ਵਾਲੀ ਗੱਲ ਤੇ ਹੈ ਨਹੀਂ ਜੀ। ਪਰ ਗੱਲ ਇਹ ਆ ਕਿ ਜਿਹੜਾ ਇੱਥੋਂ ਦਾ ਸਾਡਾ ਪੰਜਾਬ ਦਾ ਚੋਣ ਕਮਿਸ਼ਨਰ ਹੁੰਦਾ ਉਹ ਬੜਾ ਸਾਊ ਹੁੰਦਾ। ਜਦੋਂ ਵੀ ਇਸ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਆ ਨਾ, ਅਸੀਂ ਉਹਦਾ ਸਾਊਪੁਣਾ ਹੀ ਦੇਖਦੇ ਹਾਂ। ਉਹ ਏਡਾ ਸਾਊ ਹੁੰਦਾ ਕਿ ਉਹ ਕਦੇ ਗੇੜਾ ਵੀ ਨਹੀਂ ਮਾਰਦਾ ਸਕਦੇ ਨਾਲ। ਇੱਥੇ ਹੇਠਲੇ ਪੱਧਰ ਦੀ ਚੋਣ ਹੁੰਦੀ ਹੈ, ਤੁਸੀਂ ਲੁਧਿਆਣੇ ਦਾ ਲਾ ਲਓ, ਦੇਖ ਲਓ ਕਿੰਨੀਆਂ ਵੀਡੀਓ ਵਾਇਰਲ ਹੋਈਆਂ। ਇੱਕ ਦੀ ਜਾਂਚ ਪੜਤਾਲ ਕਰਾਤੀ। ਹੁਣ ਵੀਡੀਓ ਵਾਇਰਲ ਦਾ ਮਾਮਲਾ ਸਭ ਤੋਂ ਪਹਿਲਾਂ ਲੁਧਿਆਣੇ ਆਇਆ ਸੀਗਾ। ਉੱਥੇ ਤੇ ਸ਼ਰਾਬ ਵੰਡਣ ਦੀਆਂ ਔਰ ਪਹਿਲਾਂ ਹੀ ਹੱਟੀਆਂ ਸੱਟੀਆਂ ਲੱਗਣ ਦੀਆਂ ਵੀਡੀਓ ਆ ਗਈਆਂ ਸੀਗੀਆਂ ਕਿ ਬੱਕਰੀ ਤੋਂ ਫਰੋਖਤ ਹੁੰਦੀ ਪਈ ਹੈ। ਤਾਂ ਚੋਣ ਕਮਿਸ਼ਨਰ ਦੇ ਕੋਲ ਕੱਲ ਹੀ ਗਏ, ਅਕਾਲੀਆਂ ਦੇ ਤਰਜਮਾਨ ਨੇ ਇਹ ਗੱਲ ਟੈਲੀਵਿਜ਼ਨ ਚੈਨਲ ਤੇ ਆ ਕੇ ਕਹੀ। ਉਹ ਕਹਿੰਦਾ ਜੀ ਕਿ ਅਸੀਂ ਖੁਦ ਵਫਦ ਲੈ ਕੇ ਗਏ ਆ ਚੋਣ ਕਮਿਸ਼ਨਰ ਕੋਲ ਕਿ ਭਾਈ ਕੋਈ ਹੱਲ ਕਰੋ, ਕੀ ਕਰਦੇ। ਤੇ ਉਲਟਾ ਉਹ ਕਹਿੰਦਾ ਕਿ ਦੇਖੋ ਜੀ ਮੈਂ ਕੀ ਕਰ ਸਕਦਾ, ਅਗਾਂਹ ਤੋਂ ਤੁਹਾਡੀ ਸਰਕਾਰ ਆਊਗੀ, ਆ ਜਾਣੀ ਹੈ, ਕਹਿੰਦਾ ਮੈਨੂੰ ਪੱਕਾ ਪਤਾ ਕਿ ਤੁਸੀਂ ਆ ਕੇ ਸਾਰੀਆਂ ਚੀਜ਼ਾਂ ਠੀਕ ਕਰ ਲਿਓ। ਇਹ ਅਕਾਲੀਆਂ ਦੇ ਬੁਲਾਰੇ ਨੇ ਖੁਦ ਪੰਜਾਬ ਦੇ ਇੱਕ ਬਹੁਤ ਵੱਡੇ ਚੈਨਲ ਦੇ ਸਾਹਮਣੇ ਆ ਕੇ ਗੱਲ ਕਹੀ ਕਿ ਸਾਨੂੰ ਆਹ ਜਵਾਬ ਦਿੱਤਾ ਚੋਣ ਕਮਿਸ਼ਨਰ ਨੇ। ਹੁਣ ਚੋਣ ਕਮਿਸ਼ਨਰ ਜਦੋਂ ਇਹੋ ਜਿਹੀ ਹਾਲਤ ਦੇ ਵਿੱਚ ਹੋਵੇ ਕਿ ਉਹ ਵਫਦ ਨੂੰ ਅੱਗੋਂ ਇਹ ਗੱਲ ਕਹਿੰਦਾ ਪਿਆ ਕਿ ਤੁਸੀਂ ਇਹਦੀ ਟਿਕ ਕੇ ਬਹਿ ਜਾਓ, ਤੁਹਾਡੀ ਸਰਕਾਰ ਆ ਜਾਣੀ, ਤੁਸੀਂ ਸਾਰੀਆਂ ਚੀਜ਼ਾਂ ਠੀਕ ਕਰ ਲਿਓ। ਇਹਦਾ ਮਤਲਬ ਆ ਕਿ ਜਦੋਂ ਦੂਜਿਆਂ ਦੀ ਸਰਕਾਰ ਆ ਗਈ, ਉਹੀ ਚੋਣ ਕਮਿਸ਼ਨਰ ਆ, ਉਹ ਉਹਨਾਂ ਦੇ ਨਾਲ ਠੀਕ ਠਾਕ ਕਰਨ ਲੱਗ ਪਊਗਾ ਚੀਜ਼ਾਂ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ, ਸਭ ਤੋਂ ਵੱਡੀ ਸਮੱਸਿਆ ਕਿ ਸਾਡੇ ਜਿਹੜੇ ਇੱਥੋਂ ਦੇ ਅਧਿਕਾਰੀ ਹੁੰਦੇ ਜਿਨ੍ਹਾਂ ਨੇ ਚੋਣ ਦਾ ਕੰਮ ਨੇਪਰੇ ਚਾੜਨਾ ਹੁੰਦਾ, ਕਿਤੇ ਨਾ ਕਿਤੇ ਨਾ ਉਹ ਅਣਗਹਿਲੀ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਕਰਨ ਦੀ ਲੋੜ ਆ। ਬਹਰਹਾਲ ਦੇਖਦੇ ਹਾਂ ਇਸ ਮਾਮਲੇ 'ਚ ਅੱਗੇ ਕੀ ਨਿਕਲਣਾ, ਪਰ ਅਕਾਲੀ ਇਸ ਗੱਲ ਤੇ ਅੜੇ ਹੋਏ ਕਿ ਚੋਣ ਦੁਬਾਰਾ ਹੋਣੀ ਚਾਹੀਦੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਛਿਹਾਟੇ ਤੋਂ ਯਾਤਰਾ ਲਈ ਗਏ 9 ਦੇ ਵਿੱਚੋਂ 8 ਜਣਿਆਂ ਦੀ ਹਾਦਸੇ ਦੇ ਵਿੱਚ ਮੌਤ ਹੋਈ। ਇਹ ਬੜੀ ਗਮਗੀਨ ਖਬਰ ਆਈ ਅੱਜ। ਦੋ ਮਾੜੀਆਂ ਖਬਰਾਂ ਆਈਆਂ ਨੇ ਪੰਜਾਬ ਦੇ ਵਿੱਚ। ਇੱਕ ਤੇ ਸਮਰਾਲੇ ਦੇ ਲਾਗੇ ਇੱਕ ਪੂਰੀ ਫੈਮਿਲੀ ਖਤਮ ਕਰ ਦਿੱਤੀ ਗਈ, ਕਤਲ ਕਰ ਦਿੱਤੀ ਗਈ, ਬੱਚਾ ਮਾਰ ਦਿੱਤਾ ਗਿਆ, ਮਾਪੇ ਮਾਰ ਦਿੱਤੇ ਗਏ, 3 ਕਤਲ ਕੀਤੇ ਗਏ। ਉਹ ਅਣਪਛਾਤਿਆਂ ਨੇ ਕਤਲ ਕੀਤੇ। ਹੁਣ ਪਤਾ ਨਹੀਂ ਕੋਈ ਨਿੱਜੀ ਰੰਜਿਸ਼ ਸੀਗੀ ਜਾਂ ਕੋਈ ਲੁੱਟ ਪੱਟ ਕੀਤੀ ਗਈ ਹੈ। ਹਾਲੇ ਤੱਕ ਕੋਈ ਉੱਥੇ ਠੋਸ ਸਬੂਤ ਨਹੀਂ ਮਿਲਿਆ, ਕੋਈ ਬੰਦੇ ਫੜੇ ਨਹੀਂ ਗਏ। ਪਰ ਦੂਜੇ ਪਾਸੇ ਇਹ ਮਾੜੀ ਖਬਰ ਆ ਗਈ ਕਿ ਸ਼ਹਿਟਾ ਇਲਾਕੇ ਚੋਂ ਰਾਜਾ ਸਾਂਸੀ, ਕਾਲਾ ਪਿੰਡ ਹੈ, ਉੱਥੇ ਬੋਪਾਰਾ ਪਿੰਡ ਹੈ, ਇਹਨਾਂ ਪਿੰਡਾਂ ਦੇ ਵਿੱਚੋਂ 9 ਜਣੇ ਯਾਤਰਾ ਤੇ ਗਏ ਸਨ। ਮਨੀਕਰਨ ਸਾਹਿਬ ਤੋਂ ਜਦੋਂ ਪਰਤਦੇ ਪਏ ਸੀਗੇ ਤਾਂ ਰਸਤੇ ਦੇ ਵਿੱਚ ਦੱਸਦੇ ਆ ਕਿ ਇਨੋਵਾ ਜਿਹੜੀ ਸੀਗੀ ਉਹ ਆਊਟ ਆਫ ਕੰਟਰੋਲ ਹੋ ਕੇ ਥੱਲੇ ਖਾਈ 'ਚ ਡਿੱਗ ਪਈ, ਖੱਡ 'ਚ ਡਿੱਗ ਪਈ। ਔਰ ਉਹਦਾ ਹਾਲ ਜਿਹੜਾ ਸੀਗਾ ਨਾ ਇਨੋਵਾ ਦਾ ਏਦਾਂ ਹੋ ਗਿਆ ਸੀਗਾ ਕਿ ਜਿੱਦਾਂ ਉਹ ਅਸੀਂ ਛੋਟੇ ਹੁੰਦੇ ਡੱਡੂ ਜਿਹਾ ਵਜਾਉਂਦੇ ਹੁੰਦੇ ਸੀ, ਇੱਕ ਪੱਤੀ ਦਾ ਡੱਡੂ ਜਿਹਾ ਬਣਿਆ ਹੁੰਦਾ ਸੀ, ਜੇ ਕਿਤੇ ਥੱਲੇ ਆ ਜਾਂਦਾ ਸੀ ਨਾ ਪੈਰ ਦੇ ਤੇ ਐ ਇਕੱਠਾ ਹੋ ਜਾਂਦਾ ਸੀਗਾ। ਉਹ ਹਾਲ ਹੋਇਆ ਪਿਆ ਸੀ ਉਸ ਇਨੋਵਾ ਦਾ, ਬਹੁਤ ਬੁਰੀ ਹਾਲਤ ਹੋਈ ਸੀਗੀ। ਤਾਂ ਉਹਦੇ ਵਿੱਚੋਂ ਜਿੰਨੇ ਬੈਠੇ ਸੀਗੇ ਉਸ ਇਨੋਵਾ 'ਚ 9 ਜਣਿਆਂ ਚੋਂ 8 ਦੀ ਮੌਤ ਹੋ ਗਈ ਆ। ਇੱਕ ਮੁੰਡਾ ਜਿਹੜਾ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਗਿਆ। ਇਹ ਸਾਰੇ ਦੇ ਸਾਰੇ 19 ਸਾਲ ਤੋਂ ਲੈ ਕੇ 35 ਸਾਲ ਦੇ ਦਰਮਿਆਨ ਦੇ ਸੀ। ਔਰ ਇਹਨਾਂ ਦੇ ਵਿੱਚੋਂ ਇੱਕ ਮੁੰਡਾ 20 ਕੁ ਦਿਨ ਪਹਿਲਾਂ ਹੀ ਵਿਆਹਿਆ ਸੀਗਾ। ਸਾਰੇ ਸਧਾਰਨ ਪਰਿਵਾਰਾਂ 'ਚੋਂ ਸੀਗੇ, ਮਿਹਨਤ ਮਜ਼ਦੂਰੀ ਵਾਲੇ ਸੀ। ਬਹੁਤੇ ਇਹਨਾਂ ਦੇ ਵਿੱਚੋਂ ਗੁਰਦੁਆਰੇ 'ਚ ਸੇਵਾ ਕਰਕੇ ਆਪਣਾ ਪਰਿਵਾਰ ਪਾਲਦੇ ਸਨ। ਸੋ ਬੜੀ ਦੁਖਦਾਈ ਖਬਰ ਆ। ਮੇਰੇ ਖਿਆਲ ਦੇ ਨਾਲ ਹਿਮਾਚਲ ਪ੍ਰਦੇਸ਼ ਨੇ 4-4 ਲੱਖ ਦਾ ਇਹਨਾਂ ਨੂੰ ਮਾਲੀਆ ਦੇਣ ਦਾ ਐਲਾਨ ਕੀਤਾ, ਮਾਲੀ ਇਮਦਾਦ ਦੇਣ ਦਾ ਐਲਾਨ ਕੀਤਾ। ਦੂਸਰੇ ਪਾਸੇ ਸਾਡੀ ਇੱਥੋਂ ਦੀ ਸਰਕਾਰ ਨੇ 2 ਲੱਖ ਰੁਪਇਆ ਐਲਾਨਿਆ ਮੇਰੇ ਖਿਆਲ ਦੇ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਲਈ। ਪਰ ਜੋ ਮਰਜ਼ੀ ਆ, ਪੈਸਾ ਭਰਪਾਈ ਕਿੱਥੇ ਕਰ ਸਕਦਾ ਬੰਦੇ ਦੀ। ਪਰ ਬਹੁਤ ਉਦਾਸ ਖਬਰ ਹੈ, ਬਹੁਤ ਗਮਗੀਨ ਖਬਰ ਹੈ। ਇੱਥੇ ਹਾਲ ਜਿੱਦਾਂ ਕਿਸੇ ਨੇ ਕਿਹਾ ਸੀਗਾ ਨਾ ਕਿ ਉੱਠ ਗਈ ਹੈ ਸਾਹਮਣੇ से कैसी कैसी सूरतें, रोइए किसके लिए, किस किस का मातम कीजिए। ਸੋ ਇੱਥੇ ਸਮਝ ਨਹੀਂ ਆਉਂਦੀ ਕਿ ਬੰਦਾ ਮਰਨ ਵਾਲਿਆਂ ਨੂੰ ਰੋਵੇ, ਮਰਨ ਵਾਲਿਆਂ ਨੂੰ ਦੁੱਖ ਕਰੇ, ਜਾਂ ਜਿਹੜੇ ਪਿੱਛੇ ਰਹਿ ਗਏ ਜਿਨ੍ਹਾਂ ਨੇ ਪਲ ਪਲ ਮਰਨਾ, ਬੰਦਾ ਉਹਨਾਂ ਨੂੰ ਦੁੱਖ ਕਰੇ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਰਾਮ ਰਹੀਮ ਦੇ ਜਿਹੜੇ ਵਕੀਲ ਸਮੇਤ ਕਈਆਂ ਦੇ ਉੱਤੇ ਕੇਸ ਦਰਜ ਹੋਇਆ। ਮੇਰੇ ਖਿਆਲ ਦੇ ਨਾਲ ਨਾ ਇਸ ਡੇਰੇ ਦੇ ਪੈਰੋਕਾਰਾਂ ਨੂੰ, ਡੇਰੇਦਾਰ ਦੀ ਜੁੰਡਲੀ ਨੇ ਮੇਰੇ ਖਿਆਲ ਦੇ ਨਾਲ ਕੋਈ ਧਾਰਾ ਨਹੀਂ ਛੱਡਣੀ ਸੰਵਿਧਾਨ ਦੀ ਜਿਹੜੀ ਆਪਣੇ ਆਪ ਤੇ ਨਹੀਂ ਲਵਾਉਣੀ। ਇਹਨਾਂ ਨੇ ਸਾਰੀਆਂ ਧਾਰਾ ਇਹਨਾਂ ਨੇ ਲਵਾ ਲੈਣੀਆਂ। ਇੱਕ ਰਹਿ ਗਿਆ ਸੀਗਾ ਲੈਂਡ ਮਾਫੀਆ ਵਾਲਾ ਚੱਕਰ, ਉਹ ਵੀ ਨਿਕਲ ਆਇਆ।
ਸੋ ਪੰਚਕੂਲਾ ਪੁਲਿਸ ਕੋਲ ਇਹ ਸ਼ਿਕਾਇਤ ਦਰਜ ਹੋਈ ਆ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਵਕੀਲ ਇਹਦਾ ਕੇਸ ਲੜਦਾ ਪਿਆ, ਦਾਅਵੇ ਕਰਦਾ ਪਿਆ ਕਿ ਮੈਂ ਬਾਬੇ ਨੂੰ ਬਾਹਰ ਲਿਆ ਕੇ ਆਊਂਗਾ, ਉਸ ਵਕੀਲ ਤੇ ਵੀ ਕੇਸ ਦਰਜ ਹੋ ਗਿਆ। ਔਰ ਕਮਾਲ ਦੀ ਗੱਲ ਹੈ ਕਿ ਉਹ ਵਕੀਲ ਇਕੱਲਾ ਇਹਦਾ ਹੀ ਨਹੀਂ, ਹੋਰ ਵੀ ਇੱਕ ਸੰਤ ਫਸਿਆ ਫਿਰਦਾ ਉੱਥੋਂ ਦਾ ਬਹੁਤ ਤਗੜਾ, ਜਿਹਨੂੰ ਪੁਲਿਸ ਘੜੀਸ ਕੇ ਲਿਆਈ ਸੀ ਡੇਰੇ ਚੋਂ, ਆਸ਼ਰਮ ਚੋਂ, ਉਹਦਾ ਵੀ ਵਕੀਲ ਆ। ਸੋ ਸਾਰੇ ਕੇਸ ਮੇਰੇ ਖਿਆਲ ਦੇ ਨਾਲ ਬਾਬਿਆਂ ਬੂਬਿਆਂ ਦੇ ਲੜਦਾ, ਤਾਂ ਉਹ ਵੀ ਰਗੜਿਆ ਗਿਆ। ਔਰ ਨਾਲ 39 ਦੇ ਕਰੀਬ ਹੋ ਰਿਹਾ, ਯਾਨੀ 40 ਬੰਦੇ ਆ ਜਿਨ੍ਹਾਂ ਤੇ ਕੇਸ ਦਰਜ ਹੋਇਆ। ਔਰ ਕੇਸ ਦਰਜ ਕਰਾਇਆ ਇੱਕ ਬਿਲਡਰ ਨੇ ਸ਼ਿਕਾਇਤ ਕੀਤੀ। ਉਹ ਕਹਿੰਦਾ ਜੀ ਕਿ ਦੇਖੋ, ਮੈਂ ਬਹੁਤ ਲੰਮਾ ਸਮਾਂ ਪਹਿਲਾਂ ਇੱਕ ਜਾਇਦਾਦ ਲਈ ਫਿਰ ਉਹਦੇ ਤੇ ਮੈਂ ਬਿਲਡਿੰਗ ਖੜੀ ਕੀਤੀ, ਤਾਂ ਹੋਇਆ ਕੀ ਕਿ ਇਹਨਾਂ ਦਾ ਬੰਦਾ ਇੱਕ ਆ ਕੇ ਰੱਟਾ ਪਾ ਕੇ ਬਹਿ ਗਿਆ ਕਿ ਇਹ ਜ਼ਮੀਨ ਮੇਰੀ ਬਣਦੀ ਹੈ। ਤੇ ਕਹਿੰਦਾ ਵੀ ਮੈਂ ਆਖਿਆ ਯਾਰ ਤੂੰ ਨਬੇੜ ਕੰਮ, ਜਾਨ ਛੱਡ, ਮੇਰਾ ਕੰਮ ਚੱਲਣ ਦੇ। ਤੇ ਕਹਿੰਦਾ ਕਿ ਮੈਨੂੰ ਉਹ ਇਸ ਸਾਧ ਕੋਲ ਲੈ ਗਿਆ। ਸਾਧ ਨੇ ਵਕੀਲ ਕੋਲ ਭੇਜ ਦਿੱਤਾ, ਵਕੀਲ ਨੇ ਮੈਨੂੰ ਧਮਕੀਆਂ ਦਿੱਤੀਆਂ। ਇਹਦੇ ਖਾਸ 2-3 ਬੰਦੇ ਹੋਰ ਸੀ। ਉਹ ਕਹਿੰਦਾ ਕਿ ਮੈਨੂੰ ਡਰਾ ਕੇ ਧਮਕਾ ਕੇ ਮੇਰੇ ਕੋਲ ਇੱਕ ਫਲੈਟ ਲੈ ਗਏ ਜ਼ਬਰਦਸਤੀ, ਔਰ ਇਸ ਤੋਂ ਇਲਾਵਾ ਜ਼ਬਰਦਸਤੀ ਵਸੂਲੀ ਵੀ ਕੀਤੀ ਉਹਨਾਂ ਨੇ। ਸੋ ਉਹ ਕਹਿੰਦਾ ਕਿ ਜਦੋਂ ਮੈਂ ਇਹ ਦੇਖਿਆ ਸਾਰਾ ਕੁਛ ਤਾਂ ਮੈਂ ਚੁੱਪ ਕਰ ਗਿਆ, ਕਿਉਂਕਿ ਬਹੁਤ ਪਾਵਰਫੁਲ ਆਦਮੀ ਸੀਗਾ ਡੇਰੇਦਾਰ ਉਸ ਸਮੇਂ। ਸਾਰੇ ਸਿਆਸਤਦਾਨ, ਸਾਰੀ ਜਿਹੜੀ ਕਾਨੂੰਨੀ ਮਿਸ਼ਨ ਸਾਰੀ ਉਹਦੇ ਪਾਣੀ ਭਰਦੀ ਸੀ, ਤੇ ਮੇਰਾ ਕੀ ਵੱਟਿਆ ਜਾਣਾ ਸੀ। ਮੈਂ ਆਪਦਾ ਚੁੱਪ ਕਰਕੇ ਬਹਿ ਗਿਆ। ਪਰ ਜਦੋਂ ਇਹਨੂੰ ਸਜ਼ਾ ਹੋਈ ਉਸ ਤੋਂ ਬਾਅਦ ਮੇਰਾ ਹੌਸਲਾ ਵਧਿਆ ਕਿ ਲਓ ਭਾਈ ਹੁਣ ਦਾ ਫੁੱਟ ਗਿਆ ਜੇ। ਸੋ ਫਿਰ ਉਹਨੇ ਪੰਚਕੂਲਾ ਪੁਲਿਸ ਕੋਲ ਪਹੁੰਚ ਕੀਤੀ ਹੈ। ਹੁਣ ਇਹ ਵਕੀਲ ਸਾਹਿਬ ਇੱਕ ਔਰ 2 ਇਹਦੇ ਖਾਸ ਬੰਦੇ ਆ, ਇਹਨਾਂ ਸਾਰਿਆਂ ਤੇ ਕਾਫੀ ਧਾਰਾਵਾਂ ਜਿੱਦਾਂ 383, 506, 420, 120, 120 ਇਹ ਸਾਰੀਆਂ ਧਾਰਾਵਾਂ ਲਾ ਕੇ ਇਹਨਾਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਸੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੁਛ ਧਾਰਾ ਹੀ ਬਚੀਆਂ ਹੋਈਆਂ ਹੁਣ ਪਿੱਛੇ, ਜਿਹੜੀਆਂ ਇਹਨਾਂ ਤੇ ਲੱਗੀਆਂ ਨਾ ਹੋਣ। ਦੇਸ਼ ਧਰੋਹ ਤੋਂ ਲੈ ਕੇ ਆ ਜਿਹੜੀ ਭੂਮੀ ਨੱਪਣ ਵਾਲੀ ਧਾਰਾ, ਉਹ ਸਾਰੀਆਂ ਧਾਰਾਵਾਂ ਇਹਨਾਂ ਤੇ ਲੱਗ ਚੁੱਕੀਆਂ। ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜੇ ਏਦਾਂ ਹੀ ਕੰਮ ਕਰਦੇ ਰਹੇ ਨਾ, ਸਾਰੇ ਰਿਕਾਰਡ ਤੋੜ ਦੇਣਗੇ। ਧਾਰਾਵਾਂ ਜਿਹੜੀਆਂ ਸਾਰੀਆਂ ਉਹ ਧਾਰ ਬਣ ਕੇ ਇਹਨਾਂ ਦੇ ਉੱਤੇ ਵੱਜ ਜਾਣਗੀਆਂ। ਜੀ ਜੀ ਜੀ। ਅਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਰੋਮੀ ਨੂੰ ਨਹੀਂ ਮਿਲੇਗੀ ਹਾਂਗਕਾਂਗ ਅਦਾਲਤ 'ਚੋਂ ਮੁਕਤੀ। ਦੇਖੋ, ਉਹੀ ਮੁੰਡਾ ਰਮਨਦੀਪ ਸਿੰਘ ਰੋਮੀ, ਜਿਹਦੀ ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਸੀਗੀ ਕਿ ਇਹ ਇੱਥੇ ਫੜਿਆ ਗਿਆ ਸੀਗਾ ਜੀ। ਇਹਦੇ ਕੋਲੋਂ ਕੁਛ ਕ੍ਰੈਡਿਟ ਡੈਬਿਟ ਕਾਰਡ ਫੜੇ ਗਏ ਸੀਗੇ। ਉਸ ਤੋਂ ਬਾਅਦ ਇਹ ਮੁੰਡਾ ਜਿਹੜਾ ਸੀਗਾ ਨਾਭੇ ਜੇਲ੍ਹ 'ਚ ਚਲੇ ਗਿਆ, ਉੱਥੇ ਗੌਂਡਰ ਹੋਰਾਂ ਦੇ ਨਾਲ ਨਜ਼ਦੀਕੀ ਹੋਈ, ਬਾਹਰ ਆ ਗਿਆ। ਔਰ ਜਿਹੜੀ ਪੁਲਿਸ ਨੇ ਪਾਸਪੋਰਟ ਇਹਦਾ ਜ਼ਬਤ ਕੀਤਾ ਸੀਗਾ, ਕਿਉਂਕਿ ਇਹ ਹਾਂਗਕਾਂਗ 'ਚੋਂ ਆਇਆ ਸੀਗਾ, ਤਾਂ ਜਿਹੜੀ ਪੁਲਿਸ ਨੇ ਇਹਦਾ ਪਾਸਪੋਰਟ ਜ਼ਬਤ ਕੀਤਾ ਸੀ, ਪਿਆਰ ਨਾਲ ਅਦਬ ਨਾਲ ਉਸੇ ਪੁਲਿਸ ਨੇ ਇਹਨੂੰ ਪਾਸਪੋਰਟ ਦਿੱਤਾ ਕਿ ਜਾ ਕਾਕਾ ਨਿਕਲ ਜਾ। ਇਹ ਭੱਜ ਗਿਆ। ਔਰ ਉਸ ਤੋਂ ਬਾਅਦ ਇਹਨੇ ਜਾ ਕੇ ਉੱਧਰੋਂ ਜਥੇਦਾਰ ਅਰੇਂਜ ਕੀਤਾ ਔਰ ਕੁਛ ਮੁਲਜ਼ਮਾਂ ਨੂੰ ਸੰਗਠਿਤ ਕੀਤਾ, ਤਾਂ ਫਿਰ ਹੋਇਆ ਨਾਭਾ ਬ੍ਰੇਕ ਕਾਂਡ ਜੀ। ਯਾਨੀ ਇਹ ਮੁੱਖ ਸਾਜ਼ਿਸ਼ ਕਾੜਾ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਇਹਦੀਆਂ ਤਾਰਾਂ ਦੂਜੇ ਪਾਸੇ ਜੋੜ ਦਿੱਤੀਆਂ ਗਈਆਂ, ਜਿਹੜੀਆਂ ਆਮ ਤੌਰ ਤੇ ਜੋੜ ਦਿੱਤੀਆਂ ਜਾਂਦੀਆਂ, ਖਾਲਿਸਤਾਨੀ ਪਤਾ ਨਹੀਂ ਕਿਆ ਜੋੜ ਦਿੱਤਾ। ਅਸਲ 'ਚ ਕਹਾਣੀ ਇਹ ਸੀਗੀ ਕਿ ਇਹ ਬਹੁਤ ਵੱਡੀ ਪੁਲਿਸ ਦੀ ਨਾਕਾਮੀ ਸੀ ਕਿ ਇੱਕ ਬੰਦੇ ਨੂੰ ਫੜਿਆ ਔਰ ਉਹਦਾ ਪਾਸਪੋਰਟ ਵੀ ਜ਼ਬਤ ਕਰ ਲਿਆ। ਉਸ ਤੋਂ ਬਾਅਦ ਪਾਸਪੋਰਟ ਉਹ ਵਾਪਸ ਵੀ ਲੈ ਗਿਆ ਪੁਲਿਸ ਕੋਲੋਂ, ਪੁਲਿਸ ਨੂੰ ਕੋਈ ਪਤਾ ਨਹੀਂ ਲੱਗਿਆ। ਉਹ ਇਹਨਾਂ ਨੇ ਆਪਣੀ ਨਾਕਾਮੀ ਢੱਕਣ ਲਈ 100 ਕਿਸਮ ਦੇ ਕਿਸੇ ਫਿਰ ਕਰ ਲਏ। ਤਾਂ ਹੋਇਆ ਕੀ ਕਿ ਇਹੀ ਰੋਮੀ, ਕਿਉਂਕਿ ਇਹ 9 ਸਾਲ ਦੀ ਉਮਰ ਦੇ ਵਿੱਚ ਉੱਥੇ ਚਲੇ ਗਿਆ ਸੀ, ਦੱਸਦੇ ਹਨ। ਹੈਗਾ ਤਾਂ ਪਿੰਡ ਬਠਿੰਡੇ ਦੇ ਲਾਗੇ ਇੱਕ ਬੰਗੀ ਪਿੰਡ ਹੈ, ਬਹੁਤ ਤਗੜਾ ਬੰਗੀ ਪਿੰਡ ਦਾ ਰਹਿਣ ਵਾਲਾ ਵਾ। ਤਾਂ ਕਹਿੰਦੇ ਆ ਕਿ ਉੱਥੇ ਹੁਣ ਇਹ ਇੱਕ ਡਕੈਤੀ ਦੇ ਕੇਸ ਦੇ ਵਿੱਚ ਫੜਿਆ ਗਿਆ। ਡਕੈਤੀ ਵੀ ਕਾਫੀ ਇਹਨਾਂ ਨੇ ਜ਼ਬਰਦਸਤ ਡਕੈਤੀ ਕੀਤੀ। 450 ਮਿਲੀਅਨ ਜਾਪਾਨੀ ਯੈਨ ਦੀ ਉਹ ਡਕੈਤੀ ਸੀ। ਤਾਂ ਉਸ ਡਕੈਤੀ ਦੇ ਵਿੱਚ ਇਹਨੂੰ ਵੀ ਉੱਥੋਂ ਦੀ ਪੁਲਿਸ ਨੇ ਫੜ ਲਿਆ। ਤਾਂ ਜਿਹੜੀ ਇੱਥੋਂ ਦੀ ਪੰਜਾਬ ਦੀ ਪੁਲਿਸ ਸੀ ਉਹ ਕੱਛਾਂ ਵਜਾਉਣ ਲੱਗ ਪਈ ਕਿ ਲਓ ਭਾਈ ਸਾਡੇ ਤੇ ਪੈਰ ਥੱਲੇ ਵਟੇਰਾ ਆ ਗਿਆ, ਹੁਣ ਅਸੀਂ ਤੇ ਸ਼ਿਕਾਰੀ ਬਣੀ ਗਏ। ਤਾਂ ਇਹਨਾਂ ਨੇ ਫੌਰੀ ਤੌਰ ਤੇ ਸਾਡੇ ਵਿਦੇਸ਼ ਮੰਤਰਾਲੇ ਦੇ ਨਾਲ ਰਾਬਤਾ ਕਰਕੇ ਉੱਥੇ ਚਿੱਠੀ ਪਾ ਦਿੱਤੀ, ਅਰਜ਼ੀ ਪਾ ਦਿੱਤੀ ਕਿ ਇਹ ਬੰਦਾ ਜੀ ਸਾਡੇ ਹਵਾਲੇ ਕਰ ਦਿੱਤਾ ਜਾਵੇ। ਸੋ ਉਹਦੀ ਸੁਣਵਾਈ ਹੋਈ ਅਦਾਲਤ ਦੇ ਵਿੱਚ। ਅਦਾਲਤ ਨੇ ਉਹ ਚਿੱਠੀ ਰੱਦ ਕਰ ਦਿੱਤੀ, ਇਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਹ ਕਹਿੰਦੇ ਜੀ ਕਿ ਸਭ ਤੋਂ ਪਹਿਲਾਂ ਹਾਂਗਕਾਂਗ ਨੂੰ ਇਹਦੀ ਲੋੜ ਆ, ਸੋ ਇਹ ਹਾਂਗਕਾਂਗ ਦੀ ਕਸਟਡੀ 'ਚ ਰਹੇਗਾ। ਯਾਨੀ
ਇਹ ਜਿਹੜੀ ਉਮੀਦ ਲਾਈ ਬੈਠੀ ਸੀ ਪੰਜਾਬ ਪੁਲਿਸ ਵਾਲੇ, ਉਹ ਇੱਕ ਵਾਰੀ ਉਮੀਦ ਟੁੱਟ ਗਈ ਹੈ। ਇਹ ਤੇ ਮੇਰੇ ਖਿਆਲ ਦੇ ਨਾਲ ਆਪੋ ਵਿੱਚ ਵੀ 2-3 ਵਾਰੀ ਕੂਣੀ ਵੀ ਹੋ ਗਏ ਹੋਣੇ ਕਿ ਮੈਂ ਜਾਣਾ ਹਾਂਗਕਾਂਗ, ਮੈਂ ਜਾਣਾ ਰੋਮੀ ਨੂੰ ਲੈਣ, ਪਰ ਹਾਲ ਦੀ ਘੜੀ ਇਹਨਾਂ ਨੂੰ ਉਹ ਖੁਸ਼ੀ ਨਸੀਬ ਨਹੀਂ ਹੋਈ। ਇੰਤਜ਼ਾਰ ਕਰਨਾ ਪਊਗਾ। ਜੀ ਜੀ ਮਿੰਟੂ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਵੀ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕੋਗੇ। ਫੋਨ ਨੰਬਰ ਸਾਡਾ ਸਟੂਡੀਓ ਦਾ ਹੈਗਾ ਕਾਲ ਕਰਨ ਦੇ ਲਈ 408-272 5200 4082725200। ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਜੀ ਪੁੱਛ ਸਕੋਗੇ ਸਵਾਲ। ਤੇ ਜਿਹੜਾ ਅਗਲਾ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਕਹਿੰਦੇ ਬੁਲਟ ਦੀ ਆਵਾਜ਼ ਹਾਈ ਕੋਰਟ ਦੇ ਵਿੱਚ ਗੂੰਜੀ ਆ। ਦੇਖੋ, ਬੁਲਟ ਵੀ ਨਾ ਸਾਡੇ ਪੰਜਾਬੀ ਕਲਚਰ ਦਾ ਇੱਕ ਅਧਿਆਇ ਹੀ ਬਣ ਗਿਆ, ਇੱਕ ਪੰਨਾ ਹੀ ਬਣ ਗਿਆ ਬੁਲਟ ਵੀ। ਜਦੋਂ ਇਸ ਤਰ੍ਹਾਂ ਦਾ ਕੋਈ ਪੰਨਾ ਬਣ ਜਾਵੇ ਸੱਭਿਆਚਾਰ ਦਾ, ਤਾਂ ਫਿਰ ਗੂੰਜ ਤੇ ਹਰੇਕ ਥਾਂ ਤੇ ਉਹਦੀ ਪਊਗੀ। ਨਾਲੇ ਬੁਲਟ ਦੀ ਤੇ ਗੂੰਜ ਓਦਾਂ ਵੀ ਬਹੁਤ ਪੈਂਦੀ ਆ ਜੀ। ਪਿੰਡ ਦੀ ਦੂਜੀ ਫਿਰਨੀ ਤੇ ਸਟਾਰਟ ਹੋਇਆ ਹੋਵੇ ਤੇ ਗਰੀਬ ਦਾ ਕੋਠਾ ਉਂਝ ਹੀ ਹਿੱਲ ਜਾਂਦਾ ਕਿ ਉਹਨੂੰ ਪਤਾ ਲੱਗ ਜਾਂਦਾ ਫਲਾਣਾ ਇਸ ਦੇ ਠਾਕੇ ਦਾ ਬੁਲਟ ਸਟਾਰਟ ਹੋ ਗਿਆ। ਇਹ ਜਿਹੜਾ ਬੁਲਟ ਸਟਾਰਟ ਹੋਇਆ ਹਾਈ ਕੋਰਟ ਤੱਕ ਜਾ ਕੇ ਇਹਦੀ ਜਿਹੜੀ ਗੂੰਜ ਪਈ ਆ, ਉਹ ਸਿਰਫ ਤੇ ਸਿਰਫ ਆਵਾਜ਼ ਕਰਕੇ ਪਈ ਆ। ਆਵਾਜ਼ ਤੋਂ ਹੋਇਆ ਕੀ ਆ ਕਿ ਚੰਡੀਗੜ੍ਹ ਦੇ ਇੱਕ ਡਾਕਟਰ ਨੇ, ਪਵਨੀਤ ਗੋਇਲ ਜੀ, ਉਹਨਾਂ ਨੇ ਪਟੀਸ਼ਨ ਪਾਈ ਸੀਗੀ ਕਿ ਬੁਲਟ ਦੇ ਸਾਇਲੈਂਸਰ ਜਿਹੜੇ ਆ ਉਹ ਮੋਡੀਫਾਈ ਕਰਾ ਕੇ ਪਟਾਕਿਆਂ ਵਾਲੇ ਬਣਾ ਕੇ, ਪਟਾਕੇ ਬਹੁਤ ਪਾਏ ਜਾਂਦੇ ਆ, ਇਹ ਨਾ ਸਿਰਫ ਨੋਇਜ਼ ਪੋਲਿਊਸ਼ਨ ਆ ਬਲਕਿ ਲੋਕਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਆ, ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਹੋਇਆ ਕੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ UT ਤੋਂ ਜਵਾਬ ਮੰਗ ਲਿਆ। ਇਹਨਾਂ ਨੇ ਜਾ ਕੇ ਉੱਥੇ ਜਵਾਬ ਦਿੱਤਾ। ਇਹ ਕਹਿੰਦੇ ਜੀ ਕਿ ਅਸੀਂ ਸਾਰਾ ਕੁਛ ਕੀਤਾ ਕਰਾਇਆ ਵਾ, ਅਸੀਂ ਕੋਸ਼ਿਸ਼ ਕਰਦੇ ਹਾਂ, ਬਹੁਤ ਹੱਦ ਤੱਕ ਕੋਸ਼ਿਸ਼ ਕਰਦੇ ਹਾਂ। ਜੱਜ ਸਾਹਿਬ ਕਹਿੰਦਾ ਹੈ ਕਿ ਤੁਹਾਨੂੰ ਇਹ ਆਵਾਜ਼ ਸੁਣਾਈ ਨਹੀਂ ਦਿੰਦੀ, ਮੈਂ ਤੇ ਆਪਦੇ ਘਰੇ ਬੈਠਾ ਹੋਵਾਂ ਤੇ ਬਾਹਰ ਪਟਾਕੇ ਪੈਂਦੇ ਨਜ਼ਰ ਆਉਂਦੇ ਆ, ਤੁਹਾਨੂੰ ਘਰੇ ਨਹੀਂ ਸੁਣਦੇ। ਉਹ ਕਹਿੰਦੇ ਨਹੀਂ ਜੀ ਸੁਣਦੇ ਆ, ਅਸੀਂ ਤਾਂ ਮੰਨੀ ਜਾਂਦੇ ਹਾਂ, ਅਸੀਂ ਕਾਰਵਾਈ ਕਰਦੇ ਹਾਂ, ਅਸੀਂ ਮੋਟਰਸਾਈਕਲ ਫੜੇ ਵੀ ਇੰਨੇ ਬਹੁਤ ਆ। ਤੇ ਫਿਰ ਜੱਜ ਸਾਹਿਬ ਕਹਿੰਦੇ ਕਿ ਲਿਆਓ ਕਿੰਨਾ ਰਿਕਾਰਡ ਆ ਤੁਹਾਡੇ ਕੋਲ, ਇਹ ਕੋ ਫੜੇ ਜੀ। ਕਹਿੰਦੇ ਜੀ ਆਪਣੇ ਕੋਲ ਕੁੱਲ ਮਿਲਾ ਕੇ ਇਸੇ ਸਾਲ ਆ ਜਿਹੜੇ 2 ਮਹੀਨੇ ਬੀਤੇ ਆ, ਇਹਦੇ ਵਿੱਚ 714 ਚਲਾਨ ਕੀਤੇ ਗਏ ਜੀ, ਇਹ ਰਿਕਾਰਡ ਹੈ ਆਪਣੇ ਕੋਲ। ਤੇ ਉਹ ਕਹਿੰਦੇ ਜੀ 714 ਚਲਾਨ ਕੀਤੇ ਗਏ। ਹਾਂਜੀ ਕਾਹਦੇ ਉਹ ਕਹਿੰਦੇ ਜੀ ਕਿ ਆਹੀ ਸਲੈਂਸਰਾਂ ਦੇ ਜਿਹਦੀ ਤੁਸੀਂ ਗੱਲ ਕਰਨ ਡਏ ਜੀ। ਤੇ ਇਹ ਸਲੈਂਸਰ ਉਹ ਸੀਗੇ ਜਿਹੜੇ ਮੋਡੀਫਾਈਡ ਕੀਤੇ ਹੋਏ ਸੀਗੇ। ਤੇ ਉਹ ਫਿਰ ਜੱਜ ਸਾਹਿਬ ਕਹਿੰਦੇ ਫਿਰ ਏਦਾਂ ਕਰੋ, ਅਗਲੀ ਤਰੀਕ ਤੇ ਜਿਹੜੇ 714 ਸਲੈਂਸਰ ਲਾਏ ਆ ਨਾ ਤੁਸੀਂ, ਸਾਰੇ ਅਦਾਲਤ ਚ ਪੇਸ਼ ਕਰੋ। ਹੁਣ ਪੁਲਿਸ ਕਸੂਤੀ ਫਸ ਗਈ ਹੈ, ਕਿਉਂਕਿ ਪੁਲਿਸ ਆਮ ਤੌਰ ਤੇ ਚਲਾਨ ਤੇ ਕਰ ਦਿੰਦੀ ਹੈ, ਸਲੈਂਸਰ ਥੋੜੀ ਨਾ ਕਿ ਉਂਗਲਾਂ ਸੁਣਾਉਂਦੀਆਂ, ਉਹ ਤੇ ਚੁੱਪ ਕਰਕੇ ਆਪਦਾ ਟਾਈਮ ਪਾਸ ਕਰਕੇ ਪਾਸੇ ਹੋ ਜਾਂਦੇ ਆ। ਹੁਣ ਉਹਨਾਂ ਨੂੰ ਇਹ ਕੰਮ ਪੁੱਠਾ ਪੈ ਗਿਆ। 714 ਚਲਾਨ ਹੁਣ ਜਾਂ ਤੇ ਜਿਹਨਾਂ ਦੇ ਚਲਾਨ ਹੋਇਆ ਉਹਨਾਂ ਨੂੰ ਦੁਬਾਰਾ ਟੈਲੀਫੋਨ ਕਰਕੇ ਆਖਣਗੇ ਕਾਕਾ ਜੀ ਮਿੰਟ ਵਾਲੀ ਗੱਲ ਆ ਕਿ ਇੱਕ ਵਾਰੀ ਆਪਦਾ ਸਲੈਂਸਰ ਦੇ ਦਿਓ, ਹੋਰ ਨਹੀਂ ਤੇ ਕਿਸੇ ਕਵਾੜੀਏ ਤੋਂ ਲੈ ਕੇ ਦੇ ਦਿਓ, ਪੈਸੇ ਅਸੀਂ ਦੇ ਦਿਆਂਗੇ। ਜਾਂ ਤਾਂ 714 ਹੋਣਾ ਇਸ ਤਰ੍ਹਾਂ ਇਕੱਠੇ ਕਰਨੇ ਪੈਣਗੇ ਤੇ ਜਾਂ ਫਿਰ ਲੱਲਾ ਪੱਬਾ ਕੋਈ ਨਾ ਕੋਈ ਮਾਰਿਆ ਜਾਊਗਾ। ਯਾਨੀ ਬੁਲਟ ਦੀ ਜਿਹੜੀ ਆਵਾਜ਼ ਹੈ ਨਾ ਉਹ ਕਸੂਤੀ ਇੱਥੇ ਫਸਾ ਗਈ ਹੈ ਪੁਲਿਸ ਨੂੰ। 714 ਹੁਣ ਸਲੈਂਸਰ ਇਹਨਾਂ ਨੇ 8 ਪੇਸ਼ ਕਰਨੇ ਆ, ਦੇਖਦੇ ਆ ਕਿ ਕੀ ਬਣਦਾ। ਓਦਾਂ ਬੁਲਟ ਦੇ ਪਟਾਕਿਆਂ ਤੇ ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਈ ਸਖਤੀ ਕਰ ਦਿੱਤੀ ਤੇ ਫਿਰ ਮੇਰੇ ਖਿਆਲ ਦੇ ਨਾਲ ਅੱਗੇ ਜਿੱਦਾਂ ਗਾਣਾ ਇੱਥੇ ਚੱਲਦਾ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ, ਫਿਰ ਉਹ ਜਿਹੜੇ ਘਰ ਦੇ ਚਲਾਨ ਦੇ ਪੈਸੇ ਦਿਆ ਕਰਨਗੇ ਨਾ ਜਵਾਕਾਂ ਨੂੰ, ਫਿਰ ਕਿਆ ਕਰਨਗੇ ਤੂੰ ਤੇ ਬੁਲਟ ਰੱਖਿਆ ਸਿਆਪੇ ਪਾਉਣ ਨੂੰ, ਇਹਨੂੰ ਖਿਲਾਫ ਦੇ ਮਾਰੇ ਦੇ ਵਿੱਚ। ਸੋ ਇਹ ਹੁਣ ਬੁਲਟ ਦੇ ਪਟਾਕੇ ਉੱਥੇ ਕਿੰਨੇ ਕੁ ਮਹਿੰਗੇ ਪੈਂਦੇ ਆ ਪੁਲਿਸ ਨੂੰ, ਇਹ ਸਮਾਂ ਦੱਸੂਗਾ। 8 ਦਿਨਾਂ ਦੀ ਤਰੀਕ ਆ, ਬੜੀ ਦਿਲਚਸਪ ਸੁਣਵਾਈ ਹੋ ਰਹੀ ਹੈ ਬੁਲਟ ਦੇ ਉੱਤੇ। ਜੀ ਤੇ ਮਿੰਟੂ ਜੀ ਆਪਾਂ ਹੁਣ ਇੱਥੇ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਸਰੋਤਿਆਂ ਦੇ ਜਿਹੜੇ ਸਵਾਲ ਜਵਾਬ ਆ ਉਹ ਆਪਾਂ ਕਰਾਂਗੇ। ਸਰੋਤਿਓ ਤੁਸੀਂ ਵੀ ਸਵਾਲ ਪੁੱਛ ਸਕਦੇ ਹੋ ਮਿੰਟੂ ਜੀ ਨੂੰ। ਫੋਨ ਨੰਬਰ ਹੈਗਾ ਸਾਡੇ ਸਟੂਡੀਓ ਦਾ 408-272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੇ ਜੀ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ, ਜਿਹੜਾ ਵੀ ਤੁਹਾਡਾ ਪੰਜਾਬ ਜਾਂ ਭਾਰਤ ਦੀ ਸਿਆਸਤ ਦੇ ਨਾਲ ਜੁੜਿਆ ਹੋਵੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ
ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੌਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। ਅੱਛਾ ਗੱਲ ਸੁਣ, ਮੇਰੀ ਸ਼ੂਗਰ ਵੀ ਠੀਕ ਹੈ ਤੇ ਇਨਸੂਲਿਨ ਵੀ ਬੰਦ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੇਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ। ਤੇ ਸਰੋਤਿਓ ਹੁਣ ਤੁਸੀਂ ਕਾਲ ਕਰ ਸਕਦੇ ਹੋ, ਸਟੂਡੀਓ ਦੇ ਵਿੱਚ ਨੰਬਰ ਹੈਗਾ 408-272-5200 ਤੇ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਸਵਾਲ ਜਿਹੜਾ ਵੀ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਉਹ ਹੁਣ ਤੁਸੀਂ ਪੁੱਛ ਸਕਦੇ ਹੋ। ਮਿੰਟੂ ਜੀ, ਅੱਜ ਦੇ ਪਹਿਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਗੁਰਨਾਮ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਥੋੜੀ ਇਨਫੋਰਮੇਸ਼ਨ ਚਾਹੁੰਦਾ ਸੀ ਕਿ ਆਧਾਰ ਕਾਰਡ ਬਣ ਰਹੇ ਆ ਜਾਂ ਕਦੋਂ ਤੱਕ ਬਣਨੇ ਆ ਜਾਂ ਕੀ ਰਿਕੁਆਇਰਮੈਂਟ ਹੈ ਇਹਦੀਆਂ, ਤੇ ਜੇ ਇੱਥੋਂ ਜਾ ਕੇ ਕਿਸੇ ਨੇ ਆਧਾਰ ਕਾਰਡ ਬਣਾਉਣਾ ਹੋਵੇ ਤੇ ਪਲੀਜ਼ ਮੈਂ ਸੁਣਨਾ ਚਾਹੁੰਦਾ, ਤੇ ਕੱਟਿਓ ਨਾ, ਮੈਂ ਆਪੇ ਕੱਟ ਦੂੰ ਬਾਅਦ ਜੀ। ਥੈਂਕ ਦੇਖੋ, ਆਧਾਰ ਕਾਰਡ ਤੇ ਬਣੀ ਜਾਂਦੇ ਆ। ਆਧਾਰ ਕਾਰਡ ਮੇਰੇ ਖਿਆਲ ਦੇ ਨਾਲ 31 ਮਾਰਚ ਤੱਕ ਤੇ ਹਲੇ ਹੈਗੀ ਆ। ਉਦਾਂ ਇਹਦਾ ਸਾਰਾ ਫੈਸਲਾ ਜਿਹੜਾ ਜਾਂ ਦਾਰੋ ਮਦਾਰ ਆਖ ਲਈਏ ਉਹ ਸੁਪਰੀਮ ਕੋਰਟ ਕੀ ਟਿਕਿਆ ਹੋਇਆ। ਸੁਪਰੀਮ ਕੋਰਟ ਦੀ ਬੈਂਚ ਇਹਦੀ ਸੁਣਵਾਈ ਕਰਦੀ ਪਈ ਆ। ਉਹ ਜੱਜ ਪਿੱਛੇ ਜੇ ਛੁੱਟੀ ਤੇ ਚਲੇ ਗਿਆ ਸੀਗਾ, ਜਿਹੜਾ ਉਸ ਬੈਂਚ ਦਾ ਮੁੱਖ ਜੱਜ ਸੀਗਾ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਫੈਸਲਾ ਹੋਊਗਾ, ਫਿਰ ਹੀ ਅੱਗੇ ਗੱਲ ਚੱਲਣੀ ਆ ਜੀ। ਬਹਰਹਾਲ ਤੇ ਕੋਈ ਨਵੀਂ ਕੋਈ ਅਪਡੇਟ ਨਹੀਂ ਇਸ ਮਾਮਲੇ ਦੇ ਵਿੱਚ। ਜਦੋਂ ਤੱਕ ਉੱਥੋਂ ਕੋਈ ਗੱਲ ਸਿਰੇ ਨਹੀਂ ਲੱਗਦੀ ਉਦੋਂ ਤੱਕ ਆਧਾਰ ਆ ਜਿਹੜਾ ਉਹ ਇਸੇ ਤਰ੍ਹਾਂ ਕਸੂਤਾ ਜਾਂ ਭੰਬਲ ਭੂਸਾ ਖੜਾ ਕਰੀ ਰੱਖੂਗਾ। ਜੀ ਬਿਲਕੁਲ। ਤੇ ਨਾਲ ਹੀ ਮਿੰਟੂ ਜੀ, ਇਹ ਤਾਂ ਨਹੀਂ ਲੱਗਦਾ ਵੀ 31 ਮਾਰਚ ਤੋਂ ਬਾਅਦ ਚ ਲੋਕਾਂ ਦੇ ਆਧਾਰ ਕਾਰਡ ਜਿਹੜੇ ਬਣਨੇ ਬੰਦ ਹੋਣਗੇ? ਉਹ ਤਾਂ ਹੀ ਬੰਦ ਹੋ ਸਕਦੇ ਜੇ ਕਿਸੇ ਦੇ ਵੀ ਨਾ ਬਣਨ, ਕਿਉਂਕਿ ਲੋਕਾਂ ਨੇ ਤਾਂ ਜੰਮਣਾ ਹੀ ਆ 31 ਮਾਰਚ ਤੋਂ ਬਾਅਦ ਚ ਵੀ। ਨਹੀਂ, ਏਦਾਂ ਨਹੀਂ ਹੋਏਗਾ। ਆਧਾਰ ਕਾਰਡ ਤਾਂ ਬਣੂਗੇ। ਉਹਨਾਂ ਨੇ ਕੁਛ ਮਤਲਬ ਕਿ ਜਿੱਦਾਂ ਸਕੀਮਾਂ ਨੇ ਜਿਨ੍ਹਾਂ ਦੇ ਨਾਲ ਉਹ ਕਰਨੇ ਨੇ, ਲਿੰਕ ਕਰਨੇ ਨੇ, ਉਹ ਮਿਆਦ ਮਿੱਥੀ ਹੋਈ ਆ। ਉਹ ਵੀ ਮਿਆਦ ਵੱਧ ਸਕਦੀ ਹੈ। ਮੰਨ ਲਓ ਸੁਪਰੀਮ ਕੋਰਟ ਦੇ ਵਿੱਚ ਇਹ ਸੁਣਵਾਈ ਨੇਪਰੇ ਨਹੀਂ ਚੜ੍ਹਦੀ 31 ਮਾਰਚ ਤੱਕ, ਤਾਂ ਉਸ ਸੂਰਤ ਦੇ ਵਿੱਚ ਜਿਹੜੀ ਉਹ ਮਿੱਥੀ ਮਿਆਦ ਆ, ਮਿਆਦ ਅੱਗੇ ਕਰ ਦੇਣਗੇ, ਥੋੜੀ ਐਕਸਟੈਂਡ ਕਰ ਦੇਣਗੇ। ਇਹਦੇ ਇਮਕਾਨ ਇਹੋ ਹੀ ਆ ਕਿ ਜੇ ਮੰਨ ਲਓ ਇਹ ਸੁਣਵਾਈ ਪੂਰੀ ਨਹੀਂ ਹੁੰਦੀ, ਉਦੋਂ ਤੱਕ ਕੋਈ ਫੈਸਲਾ ਨਹੀਂ ਆਉਂਦਾ, ਤਾਂ ਫਿਰ ਹੋ ਸਕਦਾ ਕਿ ਜਿਹੜੀ ਮਿਆਦ ਮਿੱਥੀ ਗਈ ਡੈਡਲਾਈਨ ਹੈ ਇਹਨੂੰ ਵੀ ਐਕਸਟੈਂਡ ਕਰ ਦੇਣਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਮੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹੈਲੋ ਜੀ। ਹਾਂ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਪਹਿਲੇ ਦਿਨ ਤੋਂ ਜਦੋਂ ਤੋਂ ਤੁਸੀਂ ਖਬਰਾਂ ਪੜ੍ਹਨ ਲੱਗੇ, ਮੈਂ ਤੁਹਾਡਾ ਉਦੋਂ ਤੋਂ ਹੀ ਬਹੁਤ ਵੱਡਾ ਫੈਨ ਆ ਤੁਹਾਡਾ। ਹੈਲੋ, ਆਵਾਜ਼ ਆ ਰਹੀ ਮੇਰੀ? ਹਾਂਜੀ ਹਾਂਜੀ ਆ ਰਹੀ ਹੈ ਜੀ, ਧੰਨਵਾਦ ਜੀ। ਹਾਂਜੀ, ਤੁਹਾਡਾ ਖਬਰਾਂ ਪੜ੍ਹਨ ਦਾ ਜਿਹੜਾ ਅੰਦਾਜ਼ ਆ ਬਹੁਤ ਹੀ ਵਧੀਆ ਹੁੰਦਾ, ਤੇ ਜੋ ਤੁਸੀਂ ਮੁਹਾਵਰੇ ਇਸਤੇਮਾਲ ਕਰਦੇ ਆ ਉਹਨਾਂ ਨੂੰ ਇਸਤੇਮਾਲ ਕਰਨ ਦਾ ਜਿਹੜਾ ਬਹੁਤ ਹੀ ਵਧੀਆ ਤਰੀਕਾ ਹੁੰਦਾ, ਤੇ ਬਹੁਤ ਚੰਗੀਆਂ ਲੱਗਦੀਆਂ ਤੁਹਾਡੀਆਂ ਖਬਰਾਂ। ਤੇ ਮੇਰਾ ਸਵਾਲ ਇਹ ਹੈ ਕਿ ਇੰਡੀਆ ਦੀ ਕਰੰਸੀ ਬਾਰੇ ਮੈਂ ਸੁਣਿਆ ਕਿ ਨਾ ਕੋਈ ਬਾਹਰ ਉਹਨੂੰ ਲਿਆ ਸਕਦਾ ਤੇ ਨਾ ਹੀ ਕੋਈ ਬਾਹਰੋਂ ਲਿਜਾ ਸਕਦਾ। ਰਿਜ਼ਰਵ ਬੈਂਕ ਨੇ ਕੋਈ ਏਦਾਂ ਦੀ ਹਦਾਇਤ ਦਿੱਤੀ, ਕੋਈ ਉਹਦੇ ਬਾਰੇ ਦੱਸੋਗੇ ਕੁਛ? ਜੀ ਨਹੀਂ, ਏਦਾਂ ਦੀ ਤਾਂ ਕੋਈ ਨਹੀਂ ਹੈਗੀ ਹੁਣ ਹਦਾਇਤ, ਕੋਈ ਇਸ ਤਰ੍ਹਾਂ ਦੀ ਹਦਾਇਤ ਹੈ ਨਹੀਂ ਜੀ। ਔਰ ਇਹਦੇ ਬਾਰੇ ਵੀ ਮੈਂ ਨਾ ਰਾਜ ਕਰਨਵੀਰ ਸਿੰਘ ਨੂੰ ਭੇਜ ਦਿੰਦਾ। ਹੁਣ ਮੇਰੇ ਕੋਲ ਯੂਨੀਅਨ ਬੈਂਕ ਦਾ ਉਹ ਪਿਆ ਵਾ ਜਿਹੜਾ ਇਹਨਾਂ ਦਾ ਹਦਾਇਤਨਾਮਾ ਜਿਹਾ, ਉਹਦੇ ਚ ਸ਼ਾਇਦ ਤੁਸੀਂ 70,000 ਰੁਪਏ ਤੱਕ ਹੈ ਕੋਈ ਇਸ ਤਰ੍ਹਾਂ ਦਾ, ਮੈਨੂੰ ਪੱਕਾ ਤੇ ਨਹੀਂ ਹੈ, ਤੇ ਮੈਂ ਕੋਸ਼ਿਸ਼ ਕਰੂੰਗਾ ਹੁਣੇ ਜਾਂ ਮੈਂ ਨਹੀਂ ਤਾਂ ਤੜਕੇ ਸਾਜਰੇ ਰਾਜ ਕਰਨਵੀਰ ਸਿੰਘ ਨੂੰ ਭੇਜ ਦੂੰਗਾ। ਉਹਦੇ ਚ ਉਹਨਾਂ ਦਾ ਸਾਰਾ ਹਦਾਇਤਨਾਮਾ, ਔਰ ਉਹਦੇ ਚ ਹੈ ਕਿ ਤੁਸੀਂ ਖੜ ਵੀ ਸਕਦੇ ਹੋ ਨਾਲ ਔਰ ਉਧਰੋਂ ਲਿਆ ਵੀ ਸਕਦੇ ਹੋ। ਅਸੀਂ ਕੋਈ ਵੀ ਮੇਰੇ ਖਿਆਲ ਦੇ ਨਾਲ ਕੋਈ ਬੰਦਿਸ਼ ਨਹੀਂ ਗੀ। ਇਹ ਗਲਤ ਹੈ ਤੁਹਾਡੀ ਇਨਫੋਰਮੇਸ਼ਨ ਬਿਲਕੁਲ ਪ੍ਰਾਪਤ ਹੋਈ ਹੈ ਨਾ ਇਨਫੋਰਮੇਸ਼ਨ, ਇਸ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਹੈਗੀ। ਇਹ WhatsApp ਯੂਨੀਵਰਸਿਟੀ ਤੋਂ ਚੱਲੀ ਆ ਮਿੰਟੂ ਜੀ ਖਬਰ।
ਨਹੀਂ WhatsApp ਯੂਨੀਵਰਸਿਟੀ ਦੀਆਂ ਖਬਰਾਂ ਤੋਂ ਨਾ ਥੋੜਾ ਜਿਹਾ ਗਰੇਜ਼ ਕਰਿਆ ਕਰੋ। ਇਹ ਤੇ ਐਵੇਂ ਭਜਾ ਦਿੰਦੇ ਆ ਬਸ ਆਪਣਾ ਹੀ ਘੋੜਾ। ਅਸਲ ਦੇ ਵਿੱਚ ਇਹੋ ਜਿਹੀ ਕੁਛ ਨਹੀਂ, ਕਿਉਂਕਿ ਇਕੋਨਮੀ ਨਾਲ ਜੁੜੀਆਂ ਤੁਹਾਨੂੰ ਪਤਾ ਹੀ ਆ ਕਿ ਥੋੜਾ ਸਮਾਂ ਹੋਇਆ ਇੰਡੀਆ ਦੇ ਵਿੱਚ ਜਦੋਂ ਨਵੀਂ ਕ੍ਰਾਂਤੀ ਆਈ ਹੈ ਮੋਦੀ ਸਾਹਿਬ ਦੇ ਦੌਰ 'ਚ ਇਕੋਨਮੀ ਦੇ ਮਾਮਲੇ 'ਚ, ਤਾਂ ਉਦੋਂ ਬਾਅਦ ਇਹ ਖਬਰਾਂ ਜ਼ਿਆਦਾ ਜੰਮਣ ਲੱਗ ਪਈਆਂ। ਜੀ ਤਾਂ ਇਹਦੇ ਕਰਕੇ ਮੈਂ ਸੌਖਾ ਤਰੀਕਾ ਤੁਹਾਨੂੰ ਦੱਸ ਦਿੰਦਾ, ਜੇ ਤੁਸੀਂ ਹਿੰਦੀ ਇਸਤੇਮਾਲ ਕਰਦੇ ਹੋ ਜਾਂ ਇੰਗਲਿਸ਼ ਇਸਤੇਮਾਲ ਕਰਦੇ ਹੋ, 2 ਭਾਸ਼ਾ ਹੀ ਆ, ਤਾਂ ਜਦੋਂ ਵੀ ਤੁਹਾਨੂੰ ਕੋਈ ਖਬਰ ਇਸ ਤਰ੍ਹਾਂ ਦੀ ਪ੍ਰਾਪਤ ਹੁੰਦੀ ਹੈ, ਤੁਸੀਂ ਗੂਗਲ ਬਾਬਾ ਦੀ ਸ਼ਰਨ ਦੇ ਵਿੱਚ ਚਲੇ ਜਾਓ, ਉਹਦੇ ਸਰਚ ਵਾਲੇ ਆਪਸ਼ਨ ਦੇ ਵਿੱਚ ਜੋ ਵੀ ਬਣਦਾ, ਜੇ ਤੁਸੀਂ ਪੰਜਾਬੀ ਲਿਖਦੇ ਹੋ ਜਾਂ ਹਿੰਦੀ ਟਾਈਪ ਕਰਦੇ ਹੋ, ਜੋ ਜਿਹੜੀ ਵੀ ਭਾਸ਼ਾ 'ਚ ਤੁਹਾਡੀ ਮੁਹਾਰਤ ਹੈ, ਪੰਜਾਬੀ 'ਚ ਨਹੀਂ ਮਿਲੇਗਾ ਤੁਹਾਨੂੰ ਲਿੰਕ। ਤਾਂ ਜਦੋਂ ਤੁਸੀਂ ਉਹ ਚੀਜ਼ ਕਰੋਗੇ, ਜਿਵੇਂ ਹੁਣ ਤੁਸੀਂ ਕਿਹਾ, ਤਾਂ ਜੇ ਤੁਸੀਂ ਇਹਨੂੰ ਹਿੰਦੀ 'ਚ ਟਾਈਪ ਕਰਕੇ ਜਾਂ ਪੰਜਾਬੀ 'ਚ ਟਾਈਪ ਕਰਕੇ ਪੁੱਛੋਗੇ, ਤੁਹਾਡੇ ਸਾਹਮਣੇ ਉੱਥੇ ਲਿੰਕ ਆ ਜਾਣਗੇ। ਜੇ ਲਿੰਕ ਜਿੱਦਾਂ ਹੁਣ ਹਿੰਦੁਸਤਾਨ ਟਾਈਮਜ਼, ਦਾ ਟਾਈਮਜ਼ ਆਫ ਇੰਡੀਆ ਵਗੈਰਾ ਵਗੈਰਾ, ਔਰ ਜਾਂ ਕੋਈ ਚੈਨਲ ਹੈ ਭਰੋਸੇਯੋਗ, ਉਹ ਲਿੰਕ ਸ਼ੋ ਹੁੰਦਾ ਔਰ ਇੱਕ ਨਹੀਂ 3-4 ਦਫਾ ਉਹ ਸ਼ੋ ਹੋ ਰਿਹਾ ਲਗਾਤਾਰ, ਤਾਂ ਸਮਝ ਲਓ ਕਿ ਉਹ ਖਬਰ ਜਿਹੜੀ ਹੈ ਉਹ ਅਧਿਕਾਰਤ ਤੌਰ ਤੇ ਉਹਦੀ ਪੁਸ਼ਟੀ ਹੋਈ ਗਈ ਹੈ, ਉਹ ਅੰਦਰ ਡਿਟੇਲ ਹੋਏਗੀ ਲਿੰਕ ਜਦੋਂ ਤੁਸੀਂ ਖੋਲੋਗੇ। ਸੋ ਇਹ ਇੰਨੀ ਕੁ ਖੇਚਲ ਕਰ ਲਿਆ ਕਰੋ, ਸੋ ਬਹੁਤ ਮਸਲੇ ਹੱਲ ਤੁਹਾਡੇ ਹੋ ਜਾਣਗੇ। ਤੇ ਨਾਲੇ ਮਿੰਟੂ ਜੀ ਇਹ ਵੀ ਗੱਲ ਹੁੰਦੀ ਆ ਵੀ ਕੋਈ ਵੀ ਕੰਟਰੀ ਦੇ ਵਿੱਚ ਜਦੋਂ ਤੁਸੀਂ ਆਉਣ ਜਾਣ ਕਰਦੇ ਹੋ ਤਾਂ ਉੱਥੇ ਕੁਛ ਲਿਮਿਟ ਜਿਹੜੀ ਆ ਉਹ ਡਾਲਰ ਜਾਂ ਕਰੰਸੀ ਆ ਉੱਥੋਂ ਦੀ ਲਿਆਉਣ ਦੀ ਇਜਾਜ਼ਤ ਹੁੰਦੀ ਆ, ਬਾਕੀ ਜੇ ਕੋਈ ਇਦਾਂ ਕਰਦੀ ਹੈ ਤਾਂ ਉਹ ਇੱਥੇ 70,000 ਤੱਕ ਆ, 70,000 ਤੱਕ ਮੈਂ ਉਦੋਂ ਪੜ੍ਹੀ ਸੀਗੀ, ਕਿਉਂਕਿ ਮੈਨੂੰ ਬਹੁਤੀ ਅੰਗਰੇਜ਼ੀ ਨਹੀਂ ਆਉਂਦੀ, ਮੈਂ ਐਵੇਂ ਕਹਾਂ, ਤਾਂ ਮੈਨੂੰ ਲੱਗਦਾ ਕਿ 70,000 ਵਾਲਾ ਕੋਈ ਫੰਡਾ ਹੈ ਵਿੱਚ, 70,000 ਤੱਕ ਇਸ ਤਰ੍ਹਾਂ ਦਾ ਕੁਝ ਹੈ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਬਲਜਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਤੇ ਭਾਜੀ ਹੁਣਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਆਪਣੀ ਵੀਡੀਓ ਘੁੰਮ ਰਹੀ ਆ, ਭਗਵੰਤ ਮਾਨ ਹੋਣਾ ਦੀ DC ਨਾਲ ਗੱਲ ਕਰਦੇ ਪਏ ਆ, ਤੇ ਅਕਾਲੀ ਕਹਿ ਰਿਹਾ ਕਿ ਇਹ ਤਾਂ ਸ਼ਰਾਬੀ ਆ ਜੀ, ਇਹ ਆ ਬੂਆ, ਤੇ ਉਹਨਾਂ ਨੇ ਮੇਰਾ ਖਿਆਲ ਉਹਦੇ ਵਿੱਚ ਮਾੜਾ ਕੁਛ ਕਿਹਾ ਆਪਣੇ ਕਿ ਇਹਨਾਂ ਨੂੰ ਉੱਦਾਂ ਰੌਲਾ ਪਾ ਰਿਹਾ, ਇਹੀ ਕੁਐਸਚਨ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ ਮੈਂ ਤੇ ਕੋਈ ਵੀਡੀਓ ਦੇਖੀ ਨਹੀਂ ਹੁਣ ਕੋਈ, ਕਿਉਂਕਿ ਭਗਵੰਤ ਮਾਨ ਦੀ ਵੀਡੀਓ ਕੋਈ ਇੱਕ ਨਹੀਂ ਹੈ, ਕਈ ਵੀਡੀਓ ਨਿਕਲ ਆਉਂਦੀਆਂ ਸਮੇਂ ਜੀ। ਸੋ ਮੈਨੂੰ ਨਹੀਂ ਪਤਾ ਤੁਸੀਂ ਕਿਸ ਵੀਡੀਓ ਦੀ ਗੱਲ ਕਰਦੇ ਹੋ। ਮਿੰਟੂ ਜੀ ਉਹ ਵੀਡੀਓ ਦੀ ਕਰਦੇ ਜਿਹੜੇ ਲੇਟੈਸਟ ਆ, ਇੱਕ ਜਗ੍ਹਾ ਤੇ ਰੈਲੀ ਕਰਦੇ ਹੋਏ ਸਪੀਕਰ ਫੋਨ ਤੇ ਲਾ ਕੇ DC ਦੇ ਨਾਲ ਜਿਹੜੀ ਸਿੱਧੀ ਗੱਲਬਾਤ ਕਰਦੇ ਆ। ਅੱਜ ਉਹਨਾਂ ਦਾ ਸਗੋਂ ਉਹਨਾਂ ਦੇ ਉੱਤੇ ਬਿਆਨ ਵੀ ਆਇਆ, ਕਹਿੰਦੇ ਵੀ ਕੀ ਇੱਕ MP DC ਦੇ ਨਾਲ ਗੱਲ ਵੀ ਨਹੀਂ ਕਰ ਸਕਦਾ ਹੁਣ। ਨਹੀਂ ਮੈਂ ਉਹ ਵੀਡੀਓ ਨਹੀਂ ਦੇਖੀ, ਮਾਫ ਕਰਨਾ, ਮੈਂ ਵੀਡੀਓ ਨਹੀਂ ਦੇਖੀ, ਤੇ ਵੀਡੀਓ ਦੇਖੇ ਤੋਂ ਬਿਨਾਂ ਮੈਂ ਕੋਈ ਟਿੱਪਣੀ ਵੀ ਨਹੀਂ ਕਰੂੰਗਾ। ਪਰ ਭਗਵੰਤ ਮਾਨ ਦੇ ਮਾਮਲੇ 'ਚ ਇਸ ਤਰ੍ਹਾਂ ਦੀ ਕੁਝ ਜ਼ਿਆਦਾ ਹੀ ਥੋੜੀ ਜਿਹੀ ਨਾ ਬਣ ਜਾਂਦੀ ਹੈ, ਜ਼ਿਆਦਾ ਕ੍ਰੀਏਟ ਹੋ ਜਾਂਦੀ ਹੈ। ਉੱਦਾਂ ਵੇਖੋ ਭਗਵੰਤ ਮਾਨ ਨੂੰ ਚਾਹੀਦਾ ਹੁਣ ਸਿਆਣਾ ਬਣਨਾ ਚਾਹੀਦਾ, ਜੇ ਇਹੋ ਜਿਹੀ ਕੋਈ ਗੱਲ ਹੈ ਵੀ ਹੈ ਤਾਂ ਉਹਨੂੰ ਸਿਆਣਾ ਬਣ ਕੇ ਚੱਲਣਾ ਚਾਹੀਦਾ। ਅਤੀਤ ਦੇ ਵਿੱਚ ਬਹੁਤ ਗਲਤੀਆਂ ਕਰ ਚੁੱਕੀ ਆ, ਜੇ ਹੁਣ ਅੱਗੇ ਗਲਤੀਆਂ ਕਰੀ ਜਾਓਗੇ ਤਾਂ ਫਿਰ ਮੇਰੇ ਖਿਆਲ 'ਚ ਨਾ ਗਲਤੀਆਂ ਕਰਨ ਜੋਗੇ ਵੀ ਨਹੀਂ ਬਚਣਾ ਇਹਨਾਂ ਨੇ। ਜਿਸ ਪੋਜੀਸ਼ਨ 'ਚ ਰਹਿ ਕੇ ਅੱਜ ਗਲਤੀਆਂ ਕਰੀ ਜਾਂਦੇ ਆ ਨਾ, ਜੇ ਗਲਤੀਆਂ ਕਰਨੋਂ ਨਹੀਂ ਹਟਣਗੇ ਤੇ ਫਿਰ ਇਸ ਪੋਜੀਸ਼ਨ 'ਚ ਰਹਿ ਕੇ ਗਲਤੀਆਂ ਕਰਨ ਜੋਗੇ ਵੀ ਨਹੀਂ ਰਹਿਣਗੇ। ਜੀ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਨੇ, ਜੁੜੇ ਨੇ ਆਪਣੇ ਨਾਲ ਰਾਜਦੀਪ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਦੋਨਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਮੈਂ ਉਹਨਾਂ ਪੁੱਛਣਾ ਸੀਗਾ ਜੀ, ਵੀਰੇ ਜਿਹੜੇ ਸੀਰੀਆ ਦੇ ਵਿੱਚ ਅਟੈਕ ਹੋਏ ਨੇ, ਇਹਦੇ ਵਿੱਚ ਰਸ਼ੀਆ ਦਾ ਕਹਿੰਦੇ ਉਹਨੇ ਅਟੈਕ ਕੀਤਾ ਤੇ 700-800 ਬੰਦਾ ਮਾਰਤਾ। ਆਈ ਥਿੰਕ US ਵੀ ਵਿੱਚ ਇਨਵੋਲਵ ਪੈਂਦਾ ਕਦੇ। ਹਾਂਜੀ, ਤੇ ਸਰ ਇਹਦੇ ਵਿੱਚ ਮੈਨੂੰ ਦੱਸਿਓ ਜੀ ਕਿ ਜਿਹੜੀ ਹਿਊਮਨ ਰਾਈਟਸ ਵਾਲੇ ਜਿਹੜੇ ਯੂਨਾਈਟਿਡ ਨੇਸ਼ਨ ਜਿਹੜਾ ਐਡਾ ਰੌਲਾ ਪਾਉਂਦਾ ਹੁੰਦਾ, ਅਸੀਂ ਉਹ ਕਰ ਦਾਂਗੇ ਜਾਂ ਉਹ ਕਰ ਦਾਂਗੇ, ਜੇ ਕੋਈ ਮਾੜਾ ਮੋਟਾ ਵੀ ਗੱਲ ਹੁੰਦੀ ਆ, ਹੁਣ ਹਿਊਮਨ ਰਾਈਟਸ ਕੀ ਕਰ ਰਿਹਾ ਜੀ ਯੂਨਾਈਟਿਡ ਨੇਸ਼ਨਸ ਦਾ, ਤੇ ਅਮਰੀਕਾ ਹੁਣ ਚੁੱਪ ਕਾਹਤੋਂ ਇਸ ਟਾਈਮ ਤੇ ਜੀ। ਦੇਖੋ ਅਮਰੀਕਾ ਕੀ ਬੋਲੂਗਾ, ਸਾਰੇ ਪੁਆੜੇ ਦੀ ਜੜ ਤੇ ਅਮਰੀਕਾ ਹੈ ਨਾ ਜੀ। ਅਮਰੀਕਾ ਨੇ ਉੱਥੇ ਬਾਗੀ ਖੜੇ ਕੀਤੇ ਅਸਦ ਦੇ ਖਿਲਾਫ। ਇਹ ਕਹਾਣੀ ਬਹੁਤ ਲੰਮੀ ਚੌੜੀ ਆ, ਆਪਣੇ ਕੋਲ ਸਮਾਂ ਸੀਮਤ ਹੈ, ਕਿਸੇ ਦਿਨ ਏਦਾਂ ਕਰਾਂਗੇ, ਕੱਲ ਨੂੰ ਅਖਬਾਰ ਨਹੀਂ ਛਪਣੇ ਤੇ ਆਪਾਂ ਸੀਰੀਆ ਤੇ ਝਾਤ ਪਾ ਲਵਾਂਗੇ, ਬਿਲਕੁਲ ਇਹ ਖਬਰਾਂ ਕਰ ਲਵਾਂਗੇ ਸੀਰੀਆ ਵਾਲੀਆਂ। ਪਰ ਮੈਂ ਸੰਖੇਪ ਚ ਤੁਹਾਨੂੰ ਦੱਸ ਦੇਵਾਂ ਕਿ ਸਾਰੀਆਂ ਕੀਤੀਆਂ ਕਰਾਈਆਂ ਅਮਰੀਕਾ ਦੀਆਂ। ਹੁਣ ਬਸ਼ਰ ਅਲ ਅਸਦ ਸੀਗਾ ਜਿਹੜਾ, ਉਹਦੇ ਖਿਲਾਫ ਇਹਨਾਂ ਨੇ ਉੱਥੇ ਲੜਾਕੇ ਖੜੇ ਕੀਤੇ, ਔਰ ਅਸਲ ਦੇ ਵਿੱਚ ਨਾ ਇਸ ਸਮੇਂ ਉੱਥੇ ਜੋ ਕੁਛ ਵਾਪਰਦਾ ਪਿਆ ਉਹ ਕੱਲਾ ਸੀਰੀਆ ਦੇ ਵਿੱਚ ਰਸ਼ੀਆ ਤੇ ਅਮਰੀਕਾ ਦਾ ਹੀ ਨਹੀਂ ਹੈ, ਉਹਦੇ ਚ ਤੁਰਕੀ ਵੀ ਹਮਲਾਵਰ ਹੈ ਨਾ। ਹੁਣ ਤੁਰਕੀ ਨੇ ਵੀ ਜੋ, ਕਿਉਂਕਿ ਦੇਖੋ ਲੰਮੀ ਚੌੜੀ ਕਹਾਣੀ ਹੈ, ਮੈਂ ਸੰਖੇਪ ਚ ਖਤਮ ਕਰਦਾ ਕਿ ਕੁਰਦਾਂ ਨੇ ਇੱਥੇ ਇੱਕ ਆਪਣਾ ਨਾਰਥ ਦੇ ਵਿੱਚ ਦੇਸ਼ ਐਲਾਨਿਆ ਹੋਇਆ ਰਜ਼ਾਵਾ, ਉਹਨਾਂ ਨੇ ਉਹਦੇ ਤੇ ਹੱਲਾ ਬੋਲਿਆ ਤੁਰਕੀ ਵਾਲਿਆਂ ਨੇ,
ਕਿਤੇ ਕੱਲ ਨੂੰ ਸਾਡੇ ਵਾਲੇ ਪਾਸੇ ਨਾ ਜਾਣਾ। ਹੁਣ ਸੀਰੀਆ ਦੇ ਪਿੱਠ ਤੇ ਰਾਸ਼ਟਰਪਤੀ ਦੇ ਪਿੱਠ ਤੇ ਆ ਰਸ਼ੀਆ, ਅਪ੍ਰਤੱਖ ਰੂਪ ਦੇ ਵਿੱਚ ਚੀਨ ਵੀ ਆ, ਨਾਲ ਈਰਾਨ ਆ, ਉਹ ਖੜੇ ਆ। ਦੂਜੇ ਪਾਸੇ ਇਹਨਾਂ ਦਾ ਅਲਾਇੰਸ ਆ। ਹੁਣ ਵਿੱਚ ਜਿਹੜੀ ਫਰੀ ਸੀਰੀਅਨ ਆਰਮੀ ਆ ਉਹ ਇੱਕ ਪਾਸੇ, ਕੁਰਦ ਇੱਕ ਪਾਸੇ ਆ, ਅਲ ਕਾਇਦਾ ਵਾਲੇ ਇੱਕ ਪਾਸੇ ਆ, IS ਵਾਲੇ ਹਾਲੇ ਬਚੇ ਕੁਛ ਉਹ ਇੱਕ ਪਾਸੇ ਆ, ਫਿਰ ਉੱਥੇ ਹਿਜ਼ਬੁੱਲਾ ਵੀ ਹੈਗਾ, ਫਿਰ ਉੱਥੇ ਮੁਸਲਿਮ ਬ੍ਰਦਰਹੁੱਡ ਵਾਲੇ ਵੀ ਆ। ਏਦਾਂ ਕਰ ਕਰਾ ਕੇ ਉੱਥੇ 75 ਦੇ ਕਰੀਬ ਗਰੁੱਪ ਆ। ਤੇ ਮਨੁੱਖੀ ਅਧਿਕਾਰ ਉੱਥੇ ਕੀ ਕਰਨਗੇ ਵਿਚਾਰੇ? ਮਨੁੱਖੀ ਅਧਿਕਾਰ ਕਮਿਸ਼ਨ ਕੁਛ ਨਹੀਂ ਕਰ ਸਕਦੇ ਤੇ ਲਿਖਾ ਪੱਤਰੀ ਕਰਨ ਵਾਲੇ ਆ। ਸੋ ਇੱਥੇ ਕੁਛ ਨਹੀਂ ਹੋਣ ਡਿਆ, ਉੱਥੇ ਤਰਾਈ ਹੁੰਦੀ ਪਈ ਆ, ਬਹੁਤ ਬੁਰਾ ਹਾਲ ਆ। ਹੁਣ ਤੱਕ ਮੈਂ ਕਿਉਂਕਿ ਇੱਕ ਆਰਟੀਕਲ ਲਿਖਣਾ ਸੀਗਾ, ਮੈਨੂੰ ਮੇਰੇ ਅਖਬਾਰ ਨੇ ਕਿਹਾ ਕਿ ਆਰਟੀਕਲ ਲਿਖ ਕੇ ਭੇਜ, ਤੇ ਮੈਂ ਅੱਜ ਜਦੋਂ ਉੱਥੋਂ ਫਿਗਰ ਕੱਢਦਾ ਪਿਆ ਸੀਗਾ, ਤੁਸੀਂ ਸੱਚ ਜਾਣਿਓ ਮੈਂ ਦੰਗ ਰਹਿ ਗਿਆ। 2 ਕਰੋੜ 20 ਲੱਖ ਇਹਨਾਂ ਦੀ ਆਬਾਦੀ ਸੀਗੀ 2011 ਦੇ ਮੁਤਾਬਕ, ਮਰਦਮਸ਼ੁਮਾਰੀ ਦੇ ਮੁਤਾਬਕ। ਤਾਂ ਤੁਸੀਂ ਹਿਸਾਬ ਲਾ ਲਓ ਕਿ 16 ਤੱਕ ਹੀ 4,70,000 ਬੰਦਾ ਮਰ ਚੁੱਕਾ। 16 ਤੱਕ ਦਾ ਅਧਿਕਾਰ ਅੰਕੜਾ। ਔਰ ਹਿਜਰਤਕਾਰੀ ਆ ਜਿਹੜੇ, ਉਹਨਾਂ ਦੀ ਤਾਦਾਦ ਤੇ ਮੇਰੇ ਖਿਆਲ ਦੇ ਨਾਲ 60 ਲੱਖ ਤੋਂ ਉੱਤੇ ਆ। ਤੇ ਜਿਹੜਾ ਇਹਨਾਂ ਦਾ ਹੈਗਾ ਨਾ ਯੂਨਾਈਟਿਡ ਨੇਸ਼ਨਸ ਦਾ ਹਾਈ ਕਮਿਸ਼ਨਰ ਰਿਫਿਊਜੀਆਂ ਬਾਰੇ, ਉਹਦਾ ਅਧਿਕਾਰ ਅੰਕੜਾ ਹੈ ਕਿ ਇਕੱਲੇ 27 ਲੱਖ ਸ਼ਰਨਾਰਥੀ ਜਿਹੜੇ ਉਹ ਤੁਰਕੀ ਤੇ ਬੈਠੇ ਆ। ਉਹ ਦੇਸ਼ ਦੇ ਪੱਲੇ ਬਚੇ ਕੱਖ ਨਹੀਂ ਹੈ। ਉੱਥੇ ਮਨੁੱਖ ਉਹੀ ਰਹਿ ਗਿਆ ਜਿਹੜਾ ਚੱਲਣ ਫਿਰਨ ਤੋਂ ਅਸਮਰੱਥ ਆ। ਬਾਕੀ ਮਨੁੱਖ ਉੱਥੇ ਰਹਿ ਨਹੀਂ ਗਿਆ, ਅਧਿਕਾਰ ਕਿਹਦੇ ਰਹਿਣਗੇ? ਉੱਥੇ ਕੋਈ ਢਾਂਚਾ ਨਹੀਂ ਰਿਹਾ, ਕੋਈ ਉੱਥੇ ਮੈਂ ਸਮਝਦਾ ਕਿ ਕੋਈ ਬਚੀ ਖੁਚੀ ਸ਼ੈ ਨਹੀਂ, ਸਿਰਫ ਤੇ ਸਿਰਫ ਕੱਲਾ ਸੀਰੀਆ ਹੀ ਆ। ਜੀ ਬਿਲਕੁਲ ਮਿੰਟੂ ਜੀ, ਜਿਹੜੀ ਇਹਨਾਂ ਨੇ ਯੂਨਾਈਟਿਡ ਨੇਸ਼ਨ ਦੀ ਗੱਲ ਕੀਤੀ, ਇਹ ਸਿਰਫ ਇੱਕ ਬਿਊਰੋਕ੍ਰੇਸੀ ਦਾ ਘਰ ਬਣ ਕੇ ਰਹਿ ਗਿਆ ਆ, ਹੋਰ ਉੱਥੇ ਕੁਛ ਨਹੀਂ। ਕਰਪਸ਼ਨ, ਭ੍ਰਿਸ਼ਟਾਚਾਰ ਉੱਥੇ ਬਹੁਤ ਵਿਆਪਕ ਪੱਧਰ ਦੇ ਉੱਤੇ ਜਿਹੜਾ ਫੈਲਿਆ ਹੋਇਆ। ਹੁਣ ਆਪਣੀ ਖੱਲ ਬਚਾਉਣ ਦੇ ਲਈ ਉਹਨਾਂ ਨੇ ਇੱਕ ਰਿਪੋਰਟ ਜਾਰੀ ਜ਼ਰੂਰ ਕੀਤੀ ਆ ਵੀ ਸੀਰੀਆ ਨੂੰ ਜਿਹੜੇ ਰਸਾਇਣਿਕ ਹਥਿਆਰ ਆ ਉਹ ਨਾਰਥ ਕੋਰੀਆ ਨੇ ਦਿੱਤੇ ਸੀਗੇ। ਸੋ ਇਹ ਇੱਕ ਜ਼ਰੂਰ ਉਹਨਾਂ ਨੇ ਆਪਣੇ ਵੱਲੋਂ ਅਪਡੇਟ ਜਿਹੜੀ ਦਿੱਤੀ ਆ। ਉਹ ਦੇਖੋ ਨਾ ਰਾਜ ਕਰਨਵੀਰ ਸਿੰਘ ਜੀ, ਉਹ ਸਿਰੇਨ ਗੈਸ ਵਰਤੀ ਉਹਨਾਂ ਨੇ ਅਸਦ ਨੇ 2013 ਚ ਜੀ, ਜਿਹੜਾ ਰਸਾਇਣਿਕ ਹਥਿਆਰ ਵਰਤਿਆ ਸੀਗਾ, ਸੀਰੀਅਨ ਗੈਸ ਵਰਤੀ ਸੀਗੀ 2013 ਚ ਵਰਤੀ ਸੀ, ਉਹਨੇ ਸਰੈਂਡਰ ਕਰ ਦਿੱਤੇ। ਇਹਨਾਂ ਨੇ ਆਪ ਹੀ ਵਿੱਚੋਂ ਰਸ਼ੀਆ ਨੂੰ ਪਾ ਕੇ ਸਰੈਂਡਰ ਕਰਵਾ ਲਿਆ, ਫਿਰ ਉਸ ਸੰਗਠਨ ਨੂੰ ਨੋਬਲ ਪੁਰਸਕਾਰ ਵੀ ਦਵਾ ਦਿੱਤਾ। ਹੁਣ ਜੋ ਮਰਜ਼ੀ ਪ੍ਰਾਪੇਗੰਡਾ ਖੜਾ ਕਰੀ ਜਾਣ, ਉਹ ਤੇ 2013 ਚ ਹੀ ਪਤਾ ਲੱਗ ਗਿਆ ਸੀਗਾ ਕਿ ਉਹਦੇ ਕੋਲ ਰਸਾਇਣਿਕ ਹਥਿਆਰ ਆ, ਤੇ ਇਹਨਾਂ ਨੂੰ 5 ਸਾਲਾਂ ਬਾਅਦ ਪਤਾ ਲੱਗਿਆ ਕਿ ਫਲਾਣੇ ਨੇ ਦਿੱਤੇ ਸੀ ਉਹਨੂੰ। ਬਿਲਕੁਲ ਉਹੀ ਗੱਲ ਆ ਵੀ ਇਹ ਸਿਰਫ ਤੇ ਸਿਰਫ ਆਪਣੀ ਖੱਲ ਬਚਾਉਣ ਲਈ ਆਈ ਆ। ਅਗਲੀ ਜਿਹੜੀ ਆਪਾਂ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ, ਹਰਬੰਸ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਰਬੰਸ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਕਦੇ ਕਦੇ ਨਾਂ ਸੁਣੀਦਾ ਹੁੰਦਾ ਵੀ ਪੰਜਾਬੀ ਸੂਬਾ ਬਣ ਗਿਆ ਹੈਗਾ। 2 ਮਹੀਨੇ ਪਹਿਲਾਂ ਮੈਂ ਵੀ ਜਾ ਕੇ ਆਇਆ, ਮੈਨੂੰ ਤਾਂ ਕਿਤੇ ਪੰਜਾਬੀ ਸੂਬਾ ਦੱਸਿਆ ਨਹੀਂ ਕਿੱਥੇ ਹੈਗਾ। ਤੇ ਜੇ ਪੰਜਾਬੀ ਸੂਬਾ ਬਣ ਗਿਆ ਤੇ ਫਿਰ ਬੜੀ ਸੋਹਣੀ ਖੁਸ਼ੀ ਦੀ ਗੱਲ। ਘੱਟੋ ਘੱਟ ਪੰਜਾਬੀ ਲੈਂਗੁਏਜ ਜਿਹੜੀ ਹੈਗੀ ਇਹਨੂੰ ਤਾਂ ਸ਼ਾਬਾਸ਼ ਮਿਲਣੀ ਚਾਹੀਦੀ ਹੈ, ਪਰ ਪ੍ਰਫੁੱਲਤਾ ਹੋਣੀ ਚਾਹੀਦੀ ਆ। ਦੱਸੋ ਜਰਾ ਜੀ। ਕਿੱਥੇ ਮੈਨੂੰ ਲੱਗਦਾ ਪੰਜਾਬ 'ਚ ਹੀ ਜਾ ਕੇ ਆਏ ਨੇ, ਤੇ ਪੰਜਾਬੀ ਬੋਲੀ ਦਾ ਜਿਹੜਾ ਹੋ ਰਿਹਾ ਮੰਦੜਾ ਹਾਲ ਆ, ਉਸ ਦੀ ਜਿਹੜਾ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਉਹ ਦੁੱਖ ਸੀਗਾ, ਉਹ ਇਸ ਤਰੀਕੇ ਦੇ ਨਾਲ ਆ ਰਿਹਾ ਵੀ ਕਿਉਂਕਿ ਪੰਜਾਬੀ ਬੋਲੀ ਦੇ ਨਾਂ ਤੇ ਬਣੇ ਸੂਬੇ 'ਚ ਪੰਜਾਬੀ ਅਲੋਪ ਆ। ਜੀ ਦੇਖੋ, ਇਹ ਤੇ ਇੱਕ ਤਰਾਸਦੀ ਹੈਗੀ ਆ। ਸਾਡੇ ਇੱਥੇ ਭਾਸ਼ਾ ਐਕਟ ਵੀ ਆ, ਪਰ ਬਾਵਜੂਦ ਇਸਦੇ ਉਹ ਜਿਹੜਾ ਭਾਸ਼ਾ ਐਕਟ ਆ ਉਹ ਪੈਕਟ ਬਣਾ ਕੇ ਉੱਥੇ ਸਾਡੇ ਬੈਂਕਾਂ ਵਾਲੇ ਟੰਗੀ ਫਿਰਦੇ ਆ ਸਾਈਡ ਤੇ। ਉਹਨਾਂ ਨੇ ਅੰਗਰੇਜ਼ੀ ਚ ਲਿਖਿਆ ਹੁੰਦਾ ਵੈਲਕਮ ਇਨ ਆਵਰ ਬੈਂਕ, ਪਹਿਲਾਂ ਹੀ ਬੋਰਡ ਲਾਇਆ ਹੁੰਦਾ। ਤੇ ਫਿਰ ਸਾਡੇ ਅੱਗੇ ਇੱਥੇ ਪੁੱਛਦੇ ਫਿਰਦੇ ਆ ਕਿ ਫਲਾਣਾ ਕਿੱਥੇ ਬੈਠਾ ਹੁੰਦਾ, ਫਲਾਣਾ ਕਿੱਥੇ, ਕਿਉਂਕਿ ਫਟੀਆਂ ਵੀ ਜਿਹੜੀਆਂ ਉਹਨਾਂ ਨੇ ਨਾਲ ਵਾਲੀਆਂ ਨੇ ਉਹ ਅੰਗਰੇਜ਼ੀ ਚ ਲਿਖੀਆਂ ਹੁੰਦੀਆਂ ਜੀ। ਬੈਂਕ ਵਾਲੇ ਆ ਜਿਹੜੇ, ਖਾਸ ਤੌਰ ਤੇ ਸਰਕਾਰੀ ਬੈਂਕ ਆ ਜਾਂ ਨਿੱਜੀ ਬੈਂਕ ਆ। ਸੋ ਭਾਸ਼ਾ ਐਕਟ ਦੀਆਂ ਵੀ ਧੱਜੀਆਂ ਉੱਡਦੀਆਂ ਪਈਆਂ। ਪਰ ਮੈਂ ਸਮਝਦਾ ਕਿ ਇਹ ਬੜੀ ਬਦਕਿਸਮਤੀ ਵਾਲੀ ਗੱਲ ਆ। ਐਡੀ ਅਮੀਰ ਬੋਲੀ, ਐਡੀ ਅਮੀਰ ਭਾਸ਼ਾ ਆਪਣੇ ਸੂਬੇ ਦੇ ਵਿੱਚ ਇਸ ਤਰ੍ਹਾਂ ਬੇਰੁਖੀ ਦਾ ਸ਼ਿਕਾਰ ਹੋਵੇ, ਬੜੀ ਮਾੜੀ ਗੱਲ ਆ। ਇੱਕ ਵਾਰੀ ਮੈਨੂੰ ਯਾਦ ਆ, ਮੈਂ ਉਦੋਂ ਨਵਾਂ ਮੀਡੀਆ 'ਚ ਮਜ਼ਦੂਰੀ ਕਰਨ ਲੱਗਾ ਹਾਂ, ਤੇ ਅਸੀਂ ਬਾਦਲ ਪਿੰਡ ਦੇ ਵਿੱਚ ਗਏ। ਉੱਥੇ ਉਦੋਂ ਚੀਫ ਮਿਨਿਸਟਰ ਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ, ਤੇ ਉਹ ਬੋਲੇ ਕਿਉਂਕਿ ਮਹਿਮਾਨ ਆਏ ਹੋਏ ਸੀ ਕਿ ਉਦੋਂ ਲਹਿੰਦੇ ਪੰਜਾਬ 'ਚੋਂ ਵੀ ਆਏ ਹੋਏ ਸੀ, ਹੋਰ ਵੀ ਆਏ ਹੋਏ ਸੀਗੇ, ਤੇ ਉਹਨਾਂ ਨੇ ਥੋੜਾ ਜਿਹਾ ਭਾਸ਼ਣ ਆਪਣਾ ਅੰਗਰੇਜ਼ੀ 'ਚ ਕੀਤਾ, ਪਰ ਬਾਅਦ 'ਚ ਉਹਨਾਂ ਨੂੰ ਖਿਆਲ ਆਇਆ ਤਾਂ ਉਹ ਪੰਜਾਬੀ 'ਚ ਬੋਲਣ ਲੱਗ ਪਏ। ਪਰ ਜਿਹੜੇ ਬਾਹਰੋਂ ਆਏ ਮਹਿਮਾਨ ਸੀਗੇ, ਖਾਸ ਤੌਰ ਤੇ ਲਹਿੰਦੇ ਪੰਜਾਬ 'ਚੋਂ, ਜਿੱਦਾਂ ਉਹਨਾਂ ਨੇ ਗੱਲ ਕੀਤੀ ਪੰਜਾਬੀ ਦੇ ਵਿੱਚ,
ਠੇਠ ਪੰਜਾਬੀ ਦੇ ਵਿੱਚ, ਤਾਂ ਸਾਰਿਆਂ ਦੀਆਂ ਅੱਖਾਂ ਕੱਢੀਆਂ ਰਹਿ ਗਈਆਂ। ਤੇ ਉਹ ਕਹਿੰਦੇ ਜੀ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਉਹਨਾਂ ਨੇ ਇਹ ਗੱਲ ਸਟੇਜ ਤੋਂ ਖੜ ਕੇ ਕਹੀ, ਅਸੀਂ ਜਿੱਥੇ ਵੀ ਜਾਈਏ, ਵਫਦ ਦਾ ਜਿਹੜਾ ਮੁਖੀਆ ਸੀਗਾ, ਸ਼ਾਇਦ ਉਹ ਮੇਰੇ ਖਿਆਲ ਦੇ ਨਾਲ ਉੱਧਰਲਾ ਚੀਫ ਮਿਨਿਸਟਰ ਸੀਗਾ, ਤਾਂ ਉਹਨੇ ਕਿਹਾ ਕਿ ਅਸੀਂ ਜਿੱਥੇ ਵੀ ਜਾਈਏ ਅਸੀਂ ਪੰਜਾਬੀ ਬੋਲਦੇ ਹਾਂ। ਹਾਲਾਂਕਿ ਸਾਡੇ ਚੀਫ ਮਿਨਿਸਟਰ ਨੇ ਆਪਣੀ ਗਲਤੀ ਸੁਧਾਰ ਲਈ, ਪਰ ਉਹਨਾਂ ਨੇ ਬੜੇ ਮਾਣ ਨਾਲ ਕਿਹਾ ਕਿ ਅਸੀਂ ਪੰਜਾਬੀ ਬੋਲਦੇ ਹਾਂ। ਮਾਣ ਨਾਲ ਉਹਨਾਂ ਨੇ ਕਿਹਾ ਤੇ ਮਾਣ ਨਾਲ ਸਾਡਾ ਸੀਨਾ ਚੌੜਾ ਹੋ ਗਿਆ ਕਿ ਪੰਜਾਬੀ ਇੰਨੀ ਅਮੀਰ ਬੋਲੀ ਆ ਕਿ ਦੂਸਰੇ ਪਾਸੇ ਦੇਖ ਲਓ ਕਿ ਲਹਿੰਦੇ ਪੰਜਾਬ ਵਾਲਿਆਂ ਦਾ ਵੀ ਇੰਨਾ ਮੋਹ ਹੈ ਇਹਦੇ ਨਾਲ। ਤਾਂ ਇਹ ਇੱਥੇ ਬੜੀ ਬਦਕਿਸਮਤੀ ਵਾਲੀ ਗੱਲ ਹੈ, ਤਰਾਸਦੀ ਵਾਲੀ ਗੱਲ ਆ। ਹੋਣੀਆਂ ਚਾਹੀਦੀਆਂ ਇੱਦਾਂ ਦੀਆਂ ਚੀਜ਼ਾਂ ਠੀਕ, ਪਰ ਬਦਕਿਸਮਤੀ ਇਸ ਗੱਲ ਦੀ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਉਹ ਖੁਦ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੁੰਦਾ ਗੱਲ ਤੇ ਪੰਜਾਬ ਦੀ ਕਰਦਾ, ਪਰ ਕਰਦਾ ਅੰਗਰੇਜ਼ੀ ਚ ਆ। ਤੇ ਸਾਡੇ ਅੱਗੇ ਕਹਿੰਦੇ ਆ ਕਿ ਤੂੰ ਗੱਲ ਪੰਜਾਬੀਆਂ ਨੂੰ ਸੁਣਾਉਣਾ ਤੇ ਮਹਾਰਾਣੀ ਵਿਕਟੋਰੀਆ ਨੂੰ ਦੱਸਦਾ ਪੰਜਾਬ ਦੀ ਗੱਲ। ਜੀ ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਦਰਬਾਰਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਮਿੱਟੂ ਵੀਰ ਜੀ ਨੂੰ ਦੱਸਣਾ ਚਾਹੁੰਦਾ ਵੀ ਇੱਕ ਪੁਲਿਸ ਵਾਲਿਆਂ ਦੀ ਜਿਹੜੀ ਗੱਲ ਕਰੀ ਸੀ ਨਾ, ਵੀ ਉਹ ਬੁਲਟ ਭੜਾਕੇ ਮਾਰਦਾ ਹੈ, ਤੇ ਉਹਨਾਂ ਦਾ ਭਲਾ ਕਰ ਦਿਓ। ਉਹ ਸਲੈਂਸਰ ਦੇ ਵਿੱਚ ਨੁਕਸ ਨਹੀਂ ਹੁੰਦਾ, ਉਹ ਮਿਸਫਾਇਰ ਹੁੰਦਾ ਹੈ। ਤੁਹਾਡੀ ਵੀ ਉਮਰ ਕਾਫੀ ਹੋਣੀ, ਜਦੋਂ ਤੁਸੀਂ ਸਕੂਟਰ ਮੋਟਰਸਾਈਕਲਾਂ ਦੇ ਕੋਲੇ ਕਿਤੇ ਖੜੇ ਹੁੰਦੇ ਹੋ, ਜਦੋਂ ਮਿਸਫਾਇਰ ਹੁੰਦਾ ਹੈ ਤਾਂ ਉਹਦਾ ਫਾਇਰ ਨਿਕਲਦਾ, ਸਲੈਂਸਰ ਤਾਂ ਉਹੀ ਹੁੰਦਾ ਹੈ। ਉਹ ਇੰਨੇ ਨੌਨ ਟੈਕਨੀਕਲ ਨੇ, ਕਿਉਂਕਿ ਇਹਨਾਂ ਲੋਕਾਂ ਨੂੰ ਕੋਈ ਇਹੋ ਜਿਹੀ ਨੌਲੇਜ ਨਹੀਂ ਹੁੰਦੀ, ਤੇ ਉਹ ਹੁਣ ਸਲੈਂਸਰ ਕਿੱਥੋਂ ਜਮ੍ਹਾਂ ਕਰਨਗੇ? ਉਹ ਸੌਰੀ ਮੰਗ ਲੈਣ, ਉਹ ਕਹੇ ਜੀ ਗੂਗਲ ਤੇ ਸਰਚ ਕਰ ਲਿਓ ਜਾਂ ਕਿਸੇ ਮਕੈਨਿਕ ਨੂੰ ਪੁੱਛ ਲਿਓ। ਉਹ ਜਦੋਂ ਆਪਾਂ ਐਕਸੀਲੇਟਰ ਫੁੱਲ ਦੇ ਕੇ ਉਹਨੂੰ ਘੱਟ ਕਰਦੇ ਆ ਨਾ, ਉਹ ਫਿਰ ਮਿਸਫਾਇਰ ਮਾਰਦਾ, ਫਿਰ ਉਹ ਠਾ ਪਟਾਕਾ ਮਾਰਦਾ। ਜੀ ਬਿਲਕੁਲ ਦਰਬਾਰਾ ਸਿੰਘ ਜੀ, ਮਸਲਾ ਤੇ ਉਹੀ ਆ, ਪਟਾਕਾ ਜਿਹੜਾ ਮਾਰਦਾ ਉਹ ਵਿੱਚੋਂ ਕੱਢ ਲੈਂਦੇ ਆ ਨਾ, ਜਿਹਦੇ ਕਰਕੇ ਰੌਲਾ ਜ਼ਿਆਦਾ ਪੈਂਦਾ ਆ। ਉਹ ਸਾਰੇ ਜਾਣੇ ਜਾਣਦੇ ਆ ਜੀ। ਇਹਦੇ ਚ ਇੱਕ ਚੀਜ਼ ਹੋਰ ਵੀ ਆ, ਜਿਹੜੀ ਆਵਾਜ਼ ਦੀ ਇੱਕ ਸੀਮਾ ਹੈ ਨਾ, ਹੱਦ ਆ ਜੀ ਜੀ। ਇਹਨਾਂ ਨੇ ਮਾਫ ਕਰਨਾ, ਮੇਰੇ ਖੁਦ ਕੋਲ ਵੀ ਬੁਲਟ ਹੀ ਆ ਤੇ ਪਰ ਮੈਂ ਉਹ ਨਹੀਂ ਰੱਖਿਆ ਬੁਲਟ, ਜਿੱਦਾਂ ਉਹ ਕੰਨਾਂ ਚ ਵੱਜਦਾ ਨਾ। ਤਾਂ ਇਹਦੇ ਵਿੱਚ ਨਾ ਇੱਕ ਹੁੰਦੀ ਹੈ ਢੋਲਕੀ, ਜਿਹੜੀ ਹੁੰਦੀ ਹੈ ਨਾ, ਉਹ ਢੋਲਕੀ ਕਢਾ ਦਿੰਦੇ ਨੇ ਮੁੰਡੇ। ਤਾਂ ਉਹਦੀ ਜਿਹੜੀ ਨੋਰਮਲ ਆਵਾਜ਼ ਵੀ ਹੈ ਨਾ ਸਰਦਾਰ ਸਾਹਿਬ, ਉਹ ਵੀ ਜਿਹੜਾ ਉਹ ਪੈਮਾਨਾ ਹੁੰਦਾ ਨਾ, ਮੇਰੇ ਖਿਆਲ ਦੇ ਨਾਲ ਡਿਸਬਲ ਬੋਲਦੇ ਉਹਨੂੰ, ਸ਼ਾਇਦ ਪੈਮਾਨਾ ਹੁੰਦਾ ਆਵਾਜ਼ ਨਾਪਣ ਦਾ, ਤਾਂ ਉਹਦੀ ਤੈਅ ਮਾਨਕਾਂ ਤੋਂ ਵੱਧ ਹੁੰਦੀ ਹੈ। ਜਦੋਂ ਉਹ ਜਾਲੀ ਕੱਢ ਦਿੰਦੇ ਆ ਜਾਂ ਢੋਲਕੀ ਕੱਢ ਦਿੰਦੇ ਆ, ਤਾਂ ਉਹਦੀ ਜਿਹੜੀ ਆਵਾਜ਼ ਆ ਨਾ, ਉਹ ਬਹੁਤ ਜ਼ਿਆਦਾ ਬਣ ਜਾਂਦੀ ਹੈ। ਸੋ ਆਵਾਜ਼ ਦਾ ਵੀ ਰੌਲਾ ਨਾ, ਤੇ ਉੱਥੇ ਤੁਹਾਨੂੰ ਕਹਿ ਬੈਠੇ ਜੀ ਅਸੀਂ ਤੇ ਸਲੈਂਸਰਾਂ ਦੇ ਚਲਾਨ ਕੀਤੇ ਹੋਏ ਆ, ਸਲੈਂਸਰ ਲਾਏ ਹੋਏ ਆ, ਉਹਨਾਂ ਨੇ ਬਟਨਾਂ ਹੁਣ ਕਹਿਣਗੇ ਜਾਂ ਤੇ ਉੱਥੇ ਜਾ ਕੇ ਪਹਿਲਾਂ ਹਜ਼ਾਰ ਲਵਾਉਣਾ ਉਹਦੀ ਚੱਜ ਤੋਂ, ਵੀ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਚਲਾਨ ਕਾਹਦਾ ਕਰਦੇ ਹੋ, ਫਿਰ ਨੌਕਰੀ ਕਾਹਦੀ ਕਰਦੇ ਹੋ ਤੁਸੀਂ। ਤੋ ਇਹ ਵੀ ਇੱਕ ਸਮੱਸਿਆ ਨਾ, ਕਿ ਉਹ ਜਾਲੀ ਜੀ ਕਢਾ ਕੇ ਸਾਡੇ ਇੱਥੋਂ ਮੁੰਡੇ ਜਾਂਦੇ ਆ ਗੰਗਾ ਨਗਰ ਜਾਂ ਕੋਟਕਪੂਰੇ, ਉਹ ਮਿਸਤਰੀ ਸਪੈਸ਼ਲਿਸਟ ਆ, ਉਹ ਆਵਾਜ਼ ਹੀ ਬਸ ਕੰਨ ਪਾੜ ਵੀ ਬਣਾਉਂਦੇ, ਉਹਨਾਂ ਦਾ ਕੰਮ ਇਹੋ ਹੀ ਆ। ਉੱਥੇ 2-2 ਹਜ਼ਾਰ 4-4 ਹਜ਼ਾਰ ਰੁਪਈਆ ਆਵਾਜ਼ ਬਣਾਉਣ ਤੇ ਖਰਚ ਕੀਤਾ ਜਾਂਦਾ ਜੀ ਜੀ। ਅਗਲੀ ਜਿਹੜੀ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਆਪਣੇ ਨਾਲ ਗਿਆਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਗਿਆਨ ਜੀ। ਹੈਲੋ ਹੈਲੋ ਜੀ। ਹੈਲੋ ਜੀ। ਹੈਲੋ ਜੀ। ਹੈਲੋ ਹਾਂਜੀ ਹਾਂਜੀ, ਪੁੱਛੋ ਜੀ ਸਵਾਲ। ਮੇਰੀ ਬੇਨਤੀ ਹੈ, ਇੱਕ ਮੈਂ ਸੁਣੀ ਸੀ ਖਬਰ ਆਪਣੇ ਰੇਡੀਓ ਤੋਂ, ਸ਼ਾਇਦ ਹੋਰ ਤੋਂ, ਪਈ ਇੱਧਰੋਂ ਜਾਂ ਜਾਂਦੇ ਆ ਜਾਂ ਉੱਧਰੋਂ ਆਉਂਦੇ ਆਪਾਂ ਇੰਡੀਅਨ, ਤੇ ਕੋਈ ਆ ਜਿਹੜੀ ਮਨੀ 5 ਰੁਪਏ ਵੀ ਨਹੀਂ ਲਿਜਾ ਸਕਦੇ ਆਪਣੇ। ਗਿਆਨ ਜੀ ਮੈਨੂੰ ਲੱਗਦਾ ਤੁਸੀਂ ਮਿਸ ਕਰ ਗਏ, ਆਪਾਂ ਹੁਣੇ ਜਿਹੜਾ ਇਸ ਦੇ ਉੱਤੇ ਗੱਲ ਜਿਹੜੀ ਕਰਕੇ ਮਿੰਟੂ ਜੀ ਦੱਸ ਕੇ ਹਟੇ ਨੇ ਵੀ ਅਜਿਹੀ ਜਿਹੜੀ ਆ ਕੋਈ ਚੀਜ਼ ਹੈ ਨਹੀਂ ਆ। ਇਹ ਕਈ ਵਾਰੀ ਹਰ ਇੱਕ ਖਬਰ ਜਿਹੜੀ ਤੁਹਾਨੂੰ ਵਟਸਐਪ 'ਤੇ ਜਾਂ ਫੇਸਬੁੱਕ ਦੇ ਉੱਤੇ ਜਿਹੜੀ ਆਉਂਦੀ ਆ, ਉਹ ਸੱਚੀ ਨਹੀਂ ਹੁੰਦੀ। ਉਸ ਨੂੰ ਥੋੜ੍ਹਾ ਜਿਹਾ ਜਾਂਚ ਵੀ ਲਿਆ ਕਰੋ। ਅਤੇ ਬਾਕੀ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਮਿੰਟੂ ਜੀ ਨੇ ਸੈਂਡ ਕਰਨੀ ਆ, ਉਸ ਦੇ ਬਾਰੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਜਿਹੜੀ ਆ ਖੁੱਲ੍ਹ ਕੇ ਵੀ ਜਿਹੜੀ ਗੱਲ ਕਰਾਂਗੇ। ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਜੀ ਤੇ ਮਿੰਟੂ ਗੁਰੂਸਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਸਵਾਲ ਪੁੱਛਣਾ ਚਾਹੁੰਦਾ। ਮੈਂ ਇੱਥੇ ਰਹਿਣਾ ਅਮਰੀਕਾ 'ਚ, ਤੇ ਮਾਤਾ ਸਾਡੀ ਚੜ੍ਹਾਈ ਕਰ ਗਈ, ਉਹਨਾਂ ਦੇ ਨਾਂ ਜ਼ਮੀਨ ਸੀ, ਤੇ ਸਾਡਾ ਛੋਟਾ ਭਰਾ ਉਹ ਸਾਰੀ ਜ਼ਮੀਨ ਵੇਚ ਚੁੱਕਾ। ਕੀ ਸਾਡੇ ਕੋਲ ਕੋਈ ਇਹੋ ਜਿਹਾ ਰਾਈਟ ਹੈ ਜਿਹੜਾ ਅਸੀਂ ਕੋਈ ਕਾਰਵਾਈ ਕਰ ਸਕਦੇ ਹਾਂ ਉਹਦੇ ਅਗੇਂਸਟ? ਤੇ ਪਲੀਜ਼ ਕਾਲ ਨਾ ਕੱਟਿਆ ਜੀ।
ਉਹਨਾਂ ਦੇ ਨਾਮ ਲੱਗੀ ਹੋਈ ਸੀਗੀ ਜ਼ਮੀਨ, ਉਹ ਤੁਹਾਡੇ ਭਰਾਤਾ ਦੇ, ਜਾਂ ਜ਼ਮੀਨ ਨਾ ਲੱਗੇ ਤੋਂ ਬਿਨਾਂ ਜਾਂ ਕੋਈ? ਸਿਰਫ ਤੁਸੀਂ ਕਹਿ ਰਹੇ ਹੋ ਵੀ ਸਿਰਫ ਤੁਹਾਡੇ ਮਾਤਾ ਦੇ ਨਾਂ ਸੀ, ਅੱਗੇ ਕਿਸੇ ਦੇ ਨਾਂ ਨਹੀਂ ਸੀ ਲੱਗੀ? ਨਾ ਜੀ ਨਾ, ਕਿਸੇ ਦੀ ਨਹੀਂ ਲੱਗੀ। ਅਸੀਂ 4 ਭਰਾ ਵਾਂ। ਸਾਂਝੀ ਹੋਈ ਸੀਗੀ ਅਜੇ? ਹਾਂਜੀ ਸਾਂਝੀ ਸੀ। ਤੇ ਫਿਰ ਤੁਹਾਡੇ ਕੋਲ ਰਾਈਟ ਹੈਗਾ, ਫਿਰ ਤਾਂ ਤੁਹਾਡੇ ਕੋਲ ਅਧਿਕਾਰ ਹੈਗਾ, ਕਿਉਂਕਿ ਦੇਖੋ ਜੇ ਮਾਂ ਦਾ ਹਿੱਸਾ ਹੈ, ਬਾਪ ਦਾ ਹਿੱਸਾ ਜਿਹਨੂੰ ਆਪਾਂ ਦਾਦੇ ਵੰਡ ਕਹਿ ਦਿੰਦੇ ਆ, ਉਹ ਤੇ ਇਸ ਤਰ੍ਹਾਂ ਨਹੀਂ ਨਾ ਕੋਈ ਵੇਚ ਸਕਦਾ ਇਕੱਲਾ ਖਹਿਰਾ ਬੰਦਾ। ਉਹਦੇ ਤੇ ਹੁਣ ਤੁਸੀਂ ਇਹ ਜਾ ਕੇ ਦੇਖੋ, ਕਿਉਂਕਿ ਇੱਥੇ ਜਿਹੜੇ ਕਾਨੂੰਨ ਗੋ ਪਟਵਾਰੀ ਵਗੈਰਾ ਹੈ ਨਾ, ਉਹ ਕਈ ਵਾਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਾ ਉਹ ਤਾਂ ਹੇਠਾਂ ਕਰ ਦਿੰਦੇ ਆ। ਇਹ ਦੇਖੋ ਪਹਿਲਾਂ ਕੇਸ ਕਢਾ ਕੇ ਕਿ ਉਹ ਕਿਸ ਬਿਨਾਂ ਤੇ ਅੱਗੇ ਰਜਿਸਟਰੀ ਹੋਈ ਆ, ਕੀ ਹਿਸਾਬ ਕਿਤਾਬ ਹੋਇਆ ਜੀ, ਜਾਂ ਉਹ ਕਿਵੇਂ ਅੱਗੇ ਉਹਨਾਂ ਦੇ ਨਾਮ ਤੇ ਹੋਈ ਹੈ, ਇਹ ਸਾਰਾ ਕੁਛ ਨਾ ਤੁਸੀਂ ਕਢਾਓਗੇ ਜਦੋਂ ਕਾਗਜ਼ਾਂ 'ਚ ਸਾਫ਼ ਹੋਏਗਾ, ਤਾਂ ਉਦੋਂ ਬਾਅਦ ਫਿਰ ਤੁਹਾਡੇ ਜਿਹੜੇ ਕਾਨੂੰਨੀ ਬਦਲ ਆ ਉਹ ਖੁੱਲਣਗੇ। ਉਹਦਾ ਆ ਜਿਹੜਾ ਮੈਂ ਉਹ ਦੇਖਦਾ ਪਿਆ ਸੀਗਾ ਕਿ ਇਹਨਾਂ ਨੇ ਲਿਖਿਆ ਯੂਨੀਅਨ ਬੈਂਕ ਵਾਲਿਆਂ ਨੇ ਕਿ ਇੱਕ NRI ਜਿਹੜਾ ਆਦਮੀ ਆ ਉਹ ਵੱਧ ਤੋਂ ਵੱਧ 10,000 ਅਮਰੀਕੀ ਡਾਲਰ ਜਾਂ ਇਹਦੇ ਬਰਾਬਰ FC ਚੈੱਕ FC ਦੇ ਰੂਪ ਦੇ ਵਿੱਚ ਰਕਮ ਲਿਆ ਸਕਦਾ, 10,000 ਅਮਰੀਕੀ ਡਾਲਰ। ਜੀ, ਸੋ ਯੂਨੀਅਨ ਬੈਂਕ ਦਾ ਇਹ ਹੈ, ਤਾਂ ਮੈਂ ਤੁਹਾਨੂੰ ਭੇਜ ਵੀ ਦਊਂਗਾ ਲਿੰਕ, ਮੈਨੂੰ ਜਿੰਨੀ ਕੁ ਆਉਂਦੀ ਹੈ ਨਾ ਉਹ ਮੈਂ ਤੁਹਾਨੂੰ ਦੱਸਦਾ। ਤਾਂ ਇੱਕ ਸ਼ਾਇਦ ਹੋਰ ਕਿ CDF ਦੇ ਵਿੱਚ ਇਹ 5,000 ਅਮਰੀਕੀ ਡਾਲਰ ਕਹਿੰਦੇ ਆ ਕਿ ਉਹ ਲਿਆ ਸਕਦੇ ਹੋ ਤੁਸੀਂ। ਜੀ ਜੀ ਜੀ। ਤੇ ਜਾਂਦੇ ਜਾਂਦੇ ਅੱਜ ਦੇ ਅਖੀਰਲੇ ਕਾਲਰ ਨਾਲ ਗੱਲ ਕਰਦੇ ਹਾਂ, ਰਜਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਛੋਟੇ ਛੋਟੇ ਸਵਾਲ ਹੈ ਜੀ, ਮੈਂ ਥੋੜਾ ਜਿਹਾ ਕਨਫਿਊਜ਼ਨ 'ਚ ਹੈ ਵੀ ਇੱਕ ਤਾਂ ਜਿਹੜਾ ਆਧਾਰ ਕਾਰਡ ਹੈ ਵੀ ਇਹ ਜਿਹੜਾ ਜਸਟ ਲਾਈਕ ਜਿਵੇਂ ਸਾਡੇ ਅਮਰੀਕਾ ਦੇ ਵਿੱਚ ਜਿਹੜਾ ਆਪਣਾ ਸੋਸ਼ਲ ਸਿਕਿਉਰਿਟੀ ਕਾਰਡ ਆ ਉਹਦੇ ਵਾਂਗੂ ਹੈ, ਜਾਂ ਇਹਦੇ ਵਿੱਚ ਕੋਈ ਫਰਕ ਆ? ਬੜਾ ਰੌਲਾ ਸਾਡੇ ਪੱਲੇ ਨਹੀਂ ਪਈ ਜੀ। ਅਗਲਾ ਸਵਾਲ। ਤੇ ਦੂਜਾ ਇਹ ਹੈ ਵੀ ਸ਼੍ਰੀ ਦੇਵੀ ਦੀ ਨਵੀਂ ਅਪਡੇਟ ਕੀ ਆ ਜੀ? ਜੀ, ਸ਼੍ਰੀ ਦੇਵੀ ਦੀ ਨਵੀਂ ਅਪਡੇਟ ਤੇ ਇਹ ਹੈ ਕਿ ਇੱਥੇ ਅਖਬਾਰਾਂ ਨੇ ਜਦੋਂ ਵੇਖਿਆ ਕਿ ਸੰਸਕਾਰ ਵਾਲਾ ਕੰਮ ਤੇ ਹੁਣ ਬੰਦ ਹੋ ਗਿਆ, ਹੁਣ ਅਸੀਂ TRP ਲਈ ਕੀ ਕਰੀਏ, ਤੇ ਇੱਕ ਖਬਰ ਇਹ ਆ ਗਈ ਕਿ ਸ਼੍ਰੀ ਦੇਵੀ ਨੇ ਦੁਬਾਰਾ ਫੇਰ ਜਨਮ ਲੈ ਲਿਆ ਧਰਤੀ ਤੇ। ਉਹ ਇੱਕ ਗੁੜੀਆ ਦੀ ਛੋਟੀ ਜਿਹੀ ਮਾਸੂਮ ਦੀ ਪਿਆਰੀ ਜਿਹੀ ਗੁੜੀਆ ਸੀਗੀ, ਉਹਦੀ ਫੋਟੋ ਪਾ ਕੇ ਉਹ ਪਤਾ ਨਹੀਂ ਕਿੱਥੋਂ ਬਣ ਗਈ ਕਹਾਣੀ। ਇਹ ਨਵੀਂ ਅਪਡੇਟ ਆ ਕਿ ਸ਼੍ਰੀ ਦੇਵੀ ਜੰਮੀ ਪਈ ਹੈ ਸੰਸਾਰ ਤੇ, ਔਰ ਇਹਨਾਂ ਨੇ ਲੱਭ ਵੀ ਲਿਆ। ਦੇਖ ਲਓ, ਇਹਨਾਂ ਮੀਡੀਆ ਵਾਲਿਆਂ ਨੇ ਲੱਭ ਵੀ ਲਿਆ ਕਿ ਪੁਨਰ ਜਨਮ ਕਿੱਥੇ ਹੋਇਆ। ਸੋ ਇਹ ਅਪਡੇਟ ਹੈ। ਇਹੋ ਜਿਹੇ ਮਸਲਿਆਂ ਤੇ ਇੱਥੇ ਐਡੀ ਵਾਹੀਆਤ ਪੱਤਰਕਾਰੀ ਹੋਈ ਹੈ, ਉਸ ਬੀਬੀ ਦਾ ਜਲੂਸ ਕੱਢ ਦਿੱਤਾ ਗਿਆ। ਕੋਈ ਟੱਬ ਦੇ ਵਿੱਚ ਵੜਿਆ ਫਿਰਦਾ ਸੀ ਪੱਤਰਕਾਰ, ਕੋਈ ਬਾਥਰੂਮ ਦੇ ਵਿੱਚ, ਕੋਈ ਕਿਤੇ ਕੋਈ ਕਿਤੇ। ਸੋ ਇਹ ਹੱਦ ਹੁੰਦੀ ਹੈ ਜੀ। ਮੈਂ ਇਸ ਚੀਜ਼ ਨੂੰ ਸੰਵੇਦਨਸ਼ੀਲ ਨਹੀਂ ਮੰਨਦਾ। ਥੋੜੀ ਜਿਹੀ ਬੰਦੇ ਨੂੰ ਸੰਵੇਦਨਾ ਦਿਖਾਉਣੀ ਚਾਹੀਦੀ ਹੈ। ਚਲੋ ਬੀਬੀ ਸੁਪਰਸਟਾਰ ਸੀ, TRP ਤੁਸੀਂ ਕੁੱਟਣੀ ਆ, ਕੁੱਟ ਲਈ, ਖੜਾ ਛੱਡੋ, ਐਸੀਆਂ ਗੱਲਾਂ ਬਣਾਈਆਂ। ਮੇਰੇ ਖਿਆਲ ਦੇ ਨਾਲ ਜਿਹੜਾ ਬੰਦਾ ਸੰਸਾਰ 'ਚ ਚਲੇ ਗਿਆ, ਇੰਨਾ ਨਹੀਂ ਉਹਨੂੰ ਕਰਨਾ ਚਾਹੀਦਾ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ, ਮੈਨੂੰ ਤੁਹਾਡੇ ਇੱਥੋਂ ਦੇ ਸਿਸਟਮ ਬਾਰੇ ਪਤਾ ਨਹੀਂ ਹੈ ਜੀ, ਤਾਂ ਉਹਦੇ ਬਾਰੇ ਮੇਰੇ ਖਿਆਲ ਦੇ ਨਾਲ ਰਾਜ ਕਰਨਵੀਰ ਸਿੰਘ ਜੀ ਤੁਹਾਨੂੰ ਬਿਹਤਰ ਸਮਝਾ ਦੇਣਗੇ ਕਿ ਤੁਲਨਾਤਮਕ ਤੌਰ ਤੇ ਕੀ ਫਰਕ ਆ। ਬਿਲਕੁਲ, ਜਿਸ ਤਰੀਕੇ ਦੇ ਨਾਲ ਹੁਣ ਮਿੰਟੂ ਜੀ ਆਧਾਰ ਕਾਰਡ ਹਰ ਇੱਕ ਪਾਸੇ ਉਹ ਲਾਗੂ ਕਰ ਰਹੇ ਆ ਵੀ ਸਾਰਿਆਂ ਦੇ ਨਾਲ ਅਟੈਚ ਹੋ। ਬੇਸਿਕਲੀ ਇੱਥੇ ਵੀ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਆ ਹਰ ਇੱਕ ਦਾ ਯੂਨੀਕ ਨੰਬਰ ਹੁੰਦਾ, ਜਿੱਦਾਂ ਉੱਥੇ ਉਹ ਯੂਨੀਕ ਨੰਬਰ ਆ, ਤੇ ਹਰ ਇੱਕ ਚੀਜ਼ ਦੇ ਨਾਲ ਇੱਥੇ ਆਲਮੋਸਟ ਅਟੈਚ ਹੁੰਦਾ ਆ। ਤੁਸੀਂ ਲੋਨ ਲੈਣਾ ਆ, ਤੁਸੀਂ ਘਰ ਲੈਣਾ, ਤੁਸੀਂ ਗੱਡੀ ਲੈਣੀ ਆ, ਤੁਸੀਂ ਕੁਛ ਵੀ ਜਿਹੜਾ ਘਰ ਲੈਣਾ ਜਾਂ ਰੈਂਟ ਤੇ ਲੈਣਾ, ਕੁਛ ਵੀ ਲੈਣਾ, ਉਹਦੇ ਲਈ ਵਰਤਿਆ ਜਾਂਦਾ ਆ। ਸੋ ਆਈ ਥਿੰਕ ਉਸੇ ਹੀ ਤਰੀਕੇ ਦਾ ਸਿਸਟਮ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਾਂ ਬਿਲਕੁਲ, ਇਹ ਯੂਨੀਕ ਆਈਡੀਆ ਨਹੀਂ, ਇਹ ਤੁਹਾਡਾ ਤਾਂ ਸੋਸ਼ਲ ਸਿਕਿਉਰਿਟੀ ਵਾਲਾ ਹੋ ਗਿਆ। ਚਲੋ ਇਹ ਸਿਹਤ ਨਾਲ ਜੁੜਿਆ ਇੱਕ ਮਾਮਲਾ, ਜਾਂ ਮੈਨੂੰ ਨਹੀਂ ਪਤਾ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਬੰਦੇ ਦੇ ਨਾਲ ਰਹਿੰਦਾ ਹੀ ਰਹਿੰਦਾ ਹੈ, ਜੁੜਿਆ ਹੀ ਰਹਿੰਦਾ ਹੈ ਹਮੇਸ਼ਾ। ਇਹ ਇੱਥੇ ਇਹ ਆ ਕਿ ਇਹ ਬੰਦਾ ਜਿਹੜਾ ਬੰਦਾ ਹੈ ਉਹ ਸਮਝ ਲਓ ਕਿ ਸਰਕਾਰ ਦੇ ਹੱਥ 'ਚ ਇਸ ਤਰ੍ਹਾਂ ਆ ਕਿ ਜੇ ਉਹ ਬਟਨ ਬੰਦ ਕਰ ਦੇਣ ਤਾਂ ਸਮਝ ਲਓ ਕਾਗਜ਼ੀ ਪੱਤਰੀ ਬੰਦਾ ਮਰ ਗਿਆ। ਯੂਨੀਕ ਆਈਡੀਆ
ਇਹ ਐਸਾ ਫੰਡ ਆ। ਅੱਛਾ, ਮੈਂ ਰਾਜਕਰਮਵੀਰ ਸਿੰਘ ਜੀ ਤੁਹਾਨੂੰ ਨਾ ਲਿੰਕ ਸ਼ੇਅਰ ਕਰ ਦਿੱਤਾ। ਕਾਫੀ ਤੁਹਾਡੇ NRI ਨਾਲ ਜੁੜੇ ਨਾ, ਜਿਹੜੇ ਬੈਂਕਿੰਗ ਨਾਲ ਜੁੜੇ ਸਵਾਲ ਆ, ਉਹਨਾਂ ਨੇ 40 ਦੇ ਕਰੀਬ ਉੱਥੇ ਜਵਾਬ ਦਿੱਤੇ ਹੋ ਰਹੇ ਯੂਨੀਅਨ ਬੈਂਕ ਵਾਲਿਆਂ ਨੇ ਜੀ। ਮੈਂ ਆਪਣੇ ਫੇਸਬੁੱਕ ਤੇ ਪੋਸਟ ਜਿਹੜਾ ਆਪਾਂ ਮੈਂ ਕਰ ਦਿੰਦਾ ਆ ਹੁਣੇ ਜੀ। ਜੀ ਹਾਂਜੀ ਬਿਲਕੁਲ। ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ ਆ। ਤੇ ਕੱਲ ਨੂੰ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਜਿਹੜੇ ਬੁਲਟਨ ਦੇ ਵਿੱਚ। ਉਦੋਂ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਜਿਉਂਦੇ ਵਾਸਤੇ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲਟਨ 'ਚ, ਤੇ ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਬਹੁਤ ਹੀ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਰਾਣੀ ਬਣਾ ਕੇ ਰੱਖੂੰਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਲਤੀ ਮੇਰੀ ਸਾਰੀ ਜ਼ਿੰਦਗੀ